ਸ੍ਰੀ ਵਾਹਿਗੁਰੂ ਸਾਹਿਬ ਜੀ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੋਡੀ ਬਦਲੇ ਜਾਏ। ਨਾਮ ਨ ਜਾਣਿਆ ਰਾਮ ਕਾ, ਮੋੜੇ ਫਿਰ ਪਾਛੈ ਪਛਤਾਏ ਰੇ। ਹਰੀ ਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ ਲੇਖਾ ਰਬ ਮੰਗੇਸੀਆ। ਤੂੰ ਆਹੋਂ ਕੇਰੇ ਕੰਮ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਰਬ ਖਜੂਰੀ ਪੱਕੀਆਂ, ਮਾਖੈ ਨਈ ਵਹਿਨ। ਜੋ ਜੋ ਵੰਝੈ ਡੀਹੜਾ, ਸੋ ਉਮਰ ਹਤ ਪਵਨ। ਹਰਿਦਾ ਤਨ ਸੁਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਗ। ਅਜੈ ਸੋ ਰਬ ਨਾ ਬੋਹੜਿਓ, ਦੇਖ ਬੰਦੇ ਕੇ ਭਾਗ। ਅਜੈ ਸੋ ਰਬ ਨਾ ਬੋਹੜਿਓ, ਦੇਖ ਬੰਦੇ ਕੇ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਰਵਰੇ ਕਾਇਨਾਤ ਦੇ ਮਾਲਕ, ਭਗਤ ਵਸਲ ਕਿਰਪਾ ਨਿਧਾਨ ਜਗਤ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਅਤੇ ਭਾਗਾਂ ਵਾਲੀਆਂ ਸੰਗਤਾਂ ਘਰਾਂ ਵਿੱਚ ਬੈਠ ਕੇ ਵੀ ਆਪਣੀ ਸੁਰਤ ਨੂੰ ਗੁਰੂ ਦੇ ਚਰਨਾਂ ਵਿੱਚ ਜੋੜਦੀਆਂ ਹਨ। ਉਹ ਸਾਰੀਆਂ ਸੰਗਤਾਂ ਵੀ ਵੱਡੇ ਭਾਗਾਂ ਵਾਲੀਆਂ ਹਨ। ਇਹ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਲਾਈਵ ਜਾ ਰਿਹਾ ਹੈ
ਜਿੱਥੇ ਜਿੱਥੇ ਵੀ ਜਿਗਿਆਸੂ ਸੰਗਤਾਂ ਹਨ, ਉਹ ਆਪਣੇ ਘਰਾਂ ਵਿੱਚ ਬੈਠ ਕੇ ਹੀ ਗੁਰੂ ਕੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਕੇ ਆਪਣੇ ਜੀਵਨ ਦੇ ਜੋ ਪਰਮਾਤਮਾ ਨੇ ਇਹ ਜੀਵਨ ਦਾ ਅਵਸਰ ਸਾਨੂੰ ਪ੍ਰਦਾਨ ਕੀਤਾ ਹੈ, ਇਸ ਜੀਵਨ ਦੀਆਂ ਜੋ ਸੱਚਾਈਆਂ ਨੇ ਜਾਂ ਜੋ ਜੀਵਨ ਦੀ ਪਰਚੋਲ ਹੈ, ਉਸ ਨੂੰ ਸੰਗਤਾਂ ਕਰਦੀਆਂ ਹਨ। ਬਾਬਾ ਫਰੀਦ ਜੀ ਦੇ ਸ਼ਲੋਕ ਚੱਲ ਰਹੇ ਹਨ, ਜਿਨ੍ਹਾਂ ਦੇ ਰਾਹੀਂ ਜੋ ਉਹਨਾਂ ਦੇ ਹੱਡ ਬੀਤੀਆਂ ਗੱਲਾਂ ਨੇ ਬਾਬਾ ਫਰੀਦ ਜੀ ਦੀਆਂ, ਔਰ ਜੋ ਉਹਨਾਂ ਨੇ ਸੰਸਾਰ ਵਿੱਚ ਰਹਿ ਕੇ ਮਨੁੱਖੀ ਜੀਵਨ ਦਾ ਇਹ ਚੋਲਾ ਪਾ ਕੇ ਆਪਣੇ ਪਿੰਡੇ ਤੇ ਹੰਡਾਈਆਂ ਨੇ, ਉਹਨਾਂ ਨੇ ਬਾਣੀ ਦੇ ਰਾਹੀਂ ਸਾਨੂੰ ਸੰਸਾਰ ਨੂੰ ਇਹ ਗਿਆਨ ਬਖਸ਼ਿਆ ਹੈ ਕਿ ਸੰਸਾਰ ਵਿੱਚ ਕੀ ਕੁਛ ਹੁੰਦਾ ਹੈ, ਕਿਹੜੀ ਕਿਹੜੀਆਂ ਚੀਜ਼ਾਂ ਮਨੁੱਖ ਦੇ ਜੀਵਨ ਵਿੱਚ ਅਸਰ ਕਰਦੀਆਂ, ਜ਼ੋਰ ਪਾਉਂਦੀਆਂ, ਜਿਸ ਕਰਕੇ ਮਨੁੱਖ ਆਇਆ ਸੀ ਪ੍ਰਭੂ ਨਾਲ ਮਿਲਣ ਵਾਸਤੇ, ਪਰ ਸੰਸਾਰ ਦੀ ਇਹਨਾਂ ਵਾਸਨਾਵਾਂ ਦੇ ਵਿੱਚ ਹੀ ਗਲਤਾਨ ਹੋ ਜਾਂਦਾ ਹੈ, ਖਚਿਤ ਹੋ ਜਾਂਦਾ ਹੈ ਔਰ ਮਨੁੱਖੀ ਜੀਵਨ ਬਤੀਤ ਕਰ ਲੈਂਦਾ ਹੈ। ਸੋ ਬੜੇ ਪਿਆਰੇ ਬਚਨ ਨੇ ਬਾਬਾ ਫਰੀਦ ਜੀ ਦੇ, ਜੋ ਅੱਜ ਵਿਚਾਰ ਅਧੀਨ ਆਪ ਜੀ ਨੇ 2 ਸ਼ਲੋਕ ਸਰਵਣ ਕੀਤੇ ਨੇ। ਆਪ ਜੀ ਸਾਰੇ ਅਸੀਸਾਂ ਬਖਸ਼ੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਆਪਣਾ ਬਖਸ਼ਿਸ਼ ਦਾ ਹੱਥ ਰੱਖਣ ਕਿ ਅਸੀਂ ਵਿਚਾਰ ਕਰ ਸਕੀਏ, ਵਿਚਾਰ ਸੁਣ ਸਕੀਏ ਤੇ ਇਸ ਵਿਚਾਰ ਨੂੰ ਆਪਣੇ ਜੀਵਨ ਵਿੱਚ ਵਸਾ ਸਕੀਏ। ਸੋ ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੋ, ਸਾਰੇ ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਹਨ, ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਈ ਵਹਿਨ। ਬਾਬਾ ਫਰੀਦ ਜੀ ਆਖਦੇ ਨੇ, ਇਹ ਸਰੀਰ ਵਿਚਾਰਾ ਵੀ ਕੀ ਕਰੇ, ਇਸ ਨੂੰ ਖਿੱਚ ਪਾਉਣ ਲਈ 4 ਚੁਫੇਰੇ ਜਗਤ ਵਿੱਚ ਹੈ ਫਰੀਦ ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ ਦਿਸ ਰਹੀਆਂ ਹਨ। ਆਓ ਕਿ ਸੰਸਾਰ ਦੇ ਜਿਹੜੇ ਸਵਾਦਲੇ ਪਦਾਰਥ ਨੇ, ਸੰਸਾਰ ਦੇ ਜਿਹੜੇ ਰਸ ਨੇ, ਇਹ ਜਿਹੜੀਆਂ ਵਿਸ ਗੰਦਲਾਂ ਨੇ ਮਨੁੱਖ ਦੇ ਆਲੇ ਦੁਆਲੇ ਜ਼ੋਰ ਪਾਉਂਦੀਆਂ ਹਨ। ਸੰਸਾਰ ਦਾ ਰੂਪ ਰੰਗ ਵਿਕਾਰ, ਦੁਨੀਆ ਦੀ ਹੋਰ ਜਿਹੜੀਆਂ ਵਾਸਨਾਵਾਂ ਨੇ, ਇਹ ਬੜੀਆਂ ਪ੍ਰਬਲ ਨੇ। ਇਹ ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ ਚਾਰੇ ਪਾਸੇ ਦਿਸ ਰਹੀਆਂ ਹਨ। ਇਸ ਕਰਕੇ ਮਨੁੱਖ ਵਿਚਾਰਾ ਕੀ ਕਰੇ, ਇਹ ਸਰੀਰ ਵਿਚਾਰਾ ਕੀ ਕਰੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਨੁੱਖ ਨੂੰ ਖਿੱਚ ਪਾਉਂਦੀਆਂ ਨੇ, ਤੇ ਜਿਹੜੀ ਚੀਜ਼ ਖਿੱਚ ਪਾਉਂਦੀ ਹੈ ਮਨੁੱਖ ਉਸ ਪਾਸੇ ਤੁਰ ਪੈਂਦਾ ਹੈ। ਕਿਉਂਕਿ ਸੰਸਾਰ ਦੇ ਵਿੱਚ ਪਰਮਾਤਮਾ ਨੇ ਜਿਹੜੀ ਮਾਇਆ ਹੈ ਨਾ, ਉਹ ਬੜੀ ਮੋਹਣੀ ਬਣਾਈ ਹੈ। ਉਸ ਨੂੰ ਮਾਰਨ ਕਿਹਾ ਕਿ ਮਾਇਆ ਮਮਤਾ ਮੋਹਣੀ। ਇਹ ਮਾਇਆ ਬੜੀ ਮੋਹਣ ਵਾਲੀ ਹੈ, ਮਨੁੱਖ ਨੂੰ ਮੋਹ ਲੈਂਦੀ ਹੈ। ਜਿਨ ਬਿਨ ਦੰਤਾਂ ਜਗ ਖਾਇਆ, ਇਸ ਮਾਇਆ ਨੇ ਦੰਦਾਂ ਤੋਂ ਬਿਨਾਂ ਹੀ ਸੰਸਾਰ ਨੂੰ ਖਾ ਲਿਆ ਹੈ। ਮਾਇਆ ਪਰਮਾਤਮਾ ਦੀ, ਇਹ ਵਿਚਾਰ ਕਰਿਓ।
ਇਹ ਜਿਹੜੀਆਂ ਖਜੂਰਾਂ ਨੇ ਨਾ, ਜਿਹੜੀ ਬੜੀ ਮਿੱਠੀਆਂ ਨੇ, ਬੜੀ ਸਵਾਦਲੀਆਂ ਨੇ, ਇਹ ਹਨ ਸਾਰੀ ਮਾਇਆ ਰੱਬ ਦੀ। ਇਸ ਨੂੰ ਸਤਿਗੁਰੂ ਨੇ ਇਸ ਤਰ੍ਹਾਂ ਲਿਖਿਆ ਬਾਣੀ ਵਿੱਚ, ਮਹਾ ਮਾਇਆ ਤਾਕੀ ਹੈ ਛਾਇਆ। ਮਾਇਆ ਕਿਸੇ ਹੋਰ ਦੀ ਨਹੀਂ ਹੈ। ਇਹ ਜਿਹੜੀ ਖਜੂਰਾਂ ਨੇ, ਇਹ ਜਿਹੜੀ ਮਾਇਆ ਹੈ, ਉਸ ਪਰਮੇਸ਼ਰ ਦਾ ਹੀ ਪਰਛਾਵਾਂ ਹੈ। ਇਸ ਨੂੰ ਹੋਰ ਆਪ ਜੀ ਨਾਲ ਸੌਖਾ ਕਰਦੇ ਹਾਂ ਕਿ ਜਿਸ ਤਰ੍ਹਾਂ ਕਿਸੇ ਮਾਂ ਨੇ ਘਰ ਦੇ ਕੰਮ ਕਰਨੇ ਹੁੰਦੇ ਹਨ ਤੇ ਉਹ ਬੱਚਿਆਂ ਨੂੰ ਖਿਡੌਣੇ ਦੇ ਦਿੰਦੀ ਹੈ ਤੇ ਬੱਚੇ ਉਹਨਾਂ ਖਿਡੌਣਿਆਂ 'ਚ ਲੱਗੇ ਰਹਿੰਦੇ ਹਨ ਤੇ ਉਹ ਮਾਂ ਦਾ ਪਿੱਛਾ ਛੱਡ ਦਿੰਦੇ ਹਨ। ਇਸ ਤਰ੍ਹਾਂ ਹੀ ਇਹ ਰੱਬ ਦੀਆਂ ਜਿਹੜੀਆਂ ਪੱਕੀਆਂ ਹੋਈਆਂ ਖਜੂਰਾਂ ਨੇ ਨਾ, ਸੰਸਾਰ ਦੇ ਬਹੁਤ ਸਵਾਦਲੇ ਪਦਾਰਥ ਨੇ, ਦੁਨੀਆ ਦੇ ਸੋਹਣੇ ਅਤੇ ਸਵਾਦਲੇ ਪਦਾਰਥ, ਇਹ ਪੱਕੀਆਂ ਖਜੂਰਾਂ ਦੇ ਨਿਆਈ ਨੇ ਤੇ ਇਹ ਸੰਸਾਰ ਦੀ ਮਾਇਆ ਮਨੁੱਖ ਨੂੰ ਖਿੱਚ ਪਾਉਂਦੀ ਹੈ। ਇਸ ਕਰਕੇ ਮਨੁੱਖ ਇਸ ਮਾਇਆ ਦੇ ਵਿੱਚ ਹੀ ਖੇਲਦਾ ਰਹਿੰਦਾ, ਖੇਲਦਾ ਰਹਿੰਦਾ, ਖੇਲਦਾ ਰਹਿੰਦਾ। ਪਰ ਜਿਸ ਨੇ ਇਹ ਖਿਡੌਣੇ ਦਿੱਤੇ ਸਨ, ਇਹ ਮਨੁੱਖ ਦੀ ਇੱਕ ਅਵਸਥਾ ਐਸੀ ਬਣ ਜਾਂਦੀ ਕਿ ਉਸ ਰੱਬ ਜੀ ਨੂੰ ਭੁਲਾ ਦਿੰਦਾ, ਉਸ ਮਾਂ ਨੂੰ ਭੁਲਾ ਦਿੰਦਾ ਜਿਸ ਮਾਂ ਨੇ ਖਿਡੌਣੇ ਦਿੱਤੇ ਸੀ ਇਸ ਵਾਸਤੇ ਕਿ ਕੁਝ ਸਮਾਂ ਵਾਸਤੇ ਇਹ ਮੇਰਾ ਪਿੱਛਾ ਛੱਡੇ ਤੇ ਮੈਂ ਆਪਣੇ ਘਰ ਦੇ ਕੰਮ ਕਰ ਲਵਾਂ। ਇਸ ਤਰ੍ਹਾਂ ਪਰਮਾਤਮਾ ਨੇ ਇਸ ਜਗਤ ਨੂੰ, ਇਸ ਸੰਸਾਰ ਨੂੰ ਇਹ ਮਾਇਆ ਪੈਦਾ ਕਰ ਦਿੱਤੀ ਕਿ ਸੰਸਾਰ ਦੇ ਜੀਵਾਂ ਨੂੰ ਇਸ ਮਾਇਆ ਦੀ ਖਿੱਚ ਪਈ ਹੋਈ ਹੈ। ਅਸੀਂ ਇਸ ਮਾਇਆ ਦੇ ਵਿੱਚ ਤੁਰਦੇ ਹਾਂ ਔਰ ਐਸੀ ਹਾਲਤ ਬਣ ਜਾਂਦੀ ਇੱਕ ਦਿਨਾਂ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਇਹ ਸੰਸਾਰ ਦੀਆਂ ਜਿਹੜੀਆਂ ਰੱਬ ਦੀਆਂ ਦਾਤਾਂ ਨੇ ਨਾ, ਜੋ ਮਾਇਆ ਹੈ, ਇਹ ਸਾਨੂੰ ਪਿਆਰੀ ਲੱਗਣ ਲੱਗ ਪੈਂਦੀ, ਪਰ ਜਿਹੜਾ ਦੇਣ ਵਾਲਾ ਦਾਤਾ ਹੈ ਉਹ ਸਾਨੂੰ ਭੁੱਲ ਜਾਂਦਾ ਹੈ। ਕਿਉਂਕਿ ਇਹ ਸਾਰੀਆਂ ਚੀਜ਼ਾਂ ਮਨੁੱਖ ਨੂੰ ਆਪਣੇ ਵੱਲ ਖਿੱਚਦੀਆਂ। ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ। ਰਸ ਸੋਇਨਾ ਰਸ ਰੂਪਾ ਚਾਂਦੀ, ਕਾਮਨ ਇਸਤਰੀ ਦਾ ਰਸ, ਇਹ ਸਾਰੇ ਰਸ ਜਿਹੜੇ ਨੇ ਮਨੁੱਖ ਨੂੰ ਪ੍ਰਭਾਵਿਤ ਕਰਦੇ ਹੈ ਤੇ ਮਨੁੱਖ ਇਹਨਾਂ ਦੇ ਵਿੱਚ ਮੋਹਿਆ ਜਾਂਦਾ, ਇਹਨਾਂ ਦੇ ਰਸਾਂ ਵਿੱਚ ਗਲਤਾਨ ਹੋ ਜਾਂਦਾ ਹੈ। ਇਸ ਕਰਕੇ ਕਈ ਬੰਦੇ ਜਗਤ ਵਿੱਚ ਰਹਿੰਦੇ ਹੋਏ ਉਹ ਕਹਿੰਦੇ ਨੇ ਕਿ ਇਹ ਜਗ ਮਿੱਠਾ ਅੱਗਾ ਕਿਹਨੇ ਡਿੱਠਾ, ਵੀ ਇਹ ਜਗਤ ਮਿੱਠਾ ਹੈ ਤੇ ਅੱਗੇ ਕਿਹਨੇ ਦੇਖਿਆ, ਇਸ ਕਰਕੇ ਜਗਤ ਦੇ ਇਸ ਪਦਾਰਥਾਂ ਦਾ ਸਵਾਦ ਮਾਣੋ। ਪਰ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਇਹ ਜਿਹੜਾ ਸੰਸਾਰ ਦੇ ਵਿੱਚ ਰੱਬ ਨੇ ਖਜੂਰਾਂ ਪੈਦਾ ਕੀਤੀਆਂ ਨੇ, ਸੰਸਾਰ ਵਿੱਚ ਇਹ ਪਦਾਰਥ ਪੈਦਾ ਕੀਤੇ ਨੇ ਜੋ ਸਾਡੇ ਆਲੇ ਦੁਆਲੇ ਨੇ, ਇਹਨਾਂ ਵਿੱਚੋਂ ਮਨੁੱਖਾ ਜੀਵਨ ਜਿਹੜਾ ਉਹ ਤੂੰ ਬਾਹਰ ਕੱਢ ਕੇ ਨਾ ਇਹਨਾਂ ਦੇ ਵਿੱਚੋਂ ਤੇ ਤੂੰ ਰੱਬ ਨੂੰ ਮਿਲਣ ਵਾਸਤੇ ਆਇਆ। ਗੁਰਬਾਣੀ ਸਾਨੂੰ ਸਮਝਾਉਂਦੀ ਕਿ ਤੂੰ ਸੰਸਾਰ ਦੇ ਵਿੱਚ ਇਹ ਪਦਾਰਥ ਵਿਆਜਣ ਵਾਸਤੇ ਨਹੀਂ ਆਇਆ, ਤੂੰ ਪਰਮਾਤਮਾ ਦੇ ਨਾਮ ਦਾ ਵਪਾਰੀ ਬਣ ਕੇ ਆਇਆ। ਔਰ ਗੁਰਬਾਣੀ ਨੇ ਇਸ ਕਰਕੇ ਸਿੱਖ ਨੂੰ ਬਾਰ-ਬਾਰ ਕਿਹਾ ਕਿ ਵਣਜ ਕਰੋ ਵਣ ਜਾ ਰਿਓ ਵਖਰ ਲਿਓ ਸਮਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ। ਉਸ ਵਸਤ ਨੂੰ ਵਿਆਜ ਜਿਹੜੀ ਵਸਤ ਤੇਰੇ ਨਾਲ ਨਿਭੇਗੀ। ਇਹ ਵਸਤੂਆਂ ਤਾਂ ਤੇਰੇ ਕੰਮ ਨਹੀਂ ਆਉਣੀਆਂ। ਪਿੱਛੇ ਬਾਬਾ ਫਰੀਦ ਜੀ ਨੇ ਦੱਸਿਆ ਸੀ ਕਿ ਇਹ ਸੰਸਾਰ ਦੀਆਂ ਵਸਤੂਆਂ ਜਿਹੜੀਆਂ ਨੇ, ਸੰਸਾਰ ਦੇ ਪਦਾਰਥ ਜਿਹੜੇ ਨੇ, ਇਹ ਆਪਣਾ ਜ਼ੋਰ ਪਾਉਂਦੇ ਹਨ ਤੇ ਇਹ ਜਿਹੜਾ ਸਰੀਰ ਜਿਹੜਾ ਭੋਗਣਾ ਬਣਿਆ ਪਿਆ, ਇਹ ਨਿਤ ਨਵੇਂ ਪਦਾਰਥ ਮੰਗੀ ਜਾਂਦਾ ਹੈ। ਬਾਬਾ ਜੀ ਕਹਿਣ ਲੱਗੇ ਮੈਂ ਹੁਣ ਨਾ ਆਪਣੇ ਕੰਨ ਬੰਦ ਕਰ ਲਏ ਹਨ, ਕੰਨਾਂ ਵਿੱਚ ਬੁੱਝੇ ਦੇ ਲਏ ਹਨ ਤੇ ਕਹਿੰਦੇ ਨੇ ਹੁਣ ਮੈਂ ਆਪਣੇ ਕੰਨ ਬੰਦ ਕਰ ਲਏ ਨੇ ਤੇ ਹੁਣ ਜਿਤਨੇ ਮਰਜ਼ੀ ਇਹਨਾਂ ਮੰਗਾਂ ਦਾ ਇਹ ਰੋਲਾ ਸਰੀਰ ਪਾਈ ਜਾਵੇ ਤੇ ਮੈਂ ਇਸ ਸਰੀਰ ਦੀ ਗੱਲ ਨਹੀਂ ਸੁਣਦਾ। ਪਰ ਸਰੀਰ ਦੀ ਮਜਬੂਰੀ ਇਹ ਹੈ ਵਿਚਾਰਾ, ਇਹ ਕੀ ਕਰੇ, ਕਿੱਥੇ ਤੱਕ ਰੁਕੇ, ਕਿਉਂਕਿ ਸਾਰੀਆਂ ਚੀਜ਼ਾਂ ਖਿੱਚ ਪਾ ਰਹੀਆਂ ਨੇ। ਸੰਸਾਰ ਦਾ ਰੂਪ ਰੰਗ ਸੁੰਦਰਤਾ, ਸੰਸਾਰ ਦਾ ਇਹ ਧਨ ਪਦਾਰਥ ਜਮਾਨੀ, ਹਰ ਇੱਕ ਚੀਜ਼ ਮਨੁੱਖ ਦੇ ਉੱਤੇ ਖਿੱਚ ਪਾ ਰਹੀ ਹੈ।
ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ, ਹੇ ਰੱਬਾ, ਹੇ ਮੇਰੇ ਪ੍ਰਭੂ, ਤੂੰ ਕੀ ਕੀਤਾ ਹੈ ਕਿ ਤੂੰ ਇਹ ਖਜੂਰਾਂ ਪੈਦਾ ਕੀਤੀਆਂ ਨੇ, ਇੱਥੇ ਹੀ ਵਸਣੀ ਮਾਖਿਆ ਨਹੀਂ ਵਾਹਨ। ਮਾਖਿਆ ਕਹਿੰਦੇ ਨੇ ਸ਼ਹਿਦ ਨੂੰ, ਕਹਿੰਦੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਹਨ। ਮਾਖਿਆ ਦਾ ਅਰਥ ਹੈ ਮਾਖਿਓ, ਮੱਖੀਆਂ ਦਾ ਸ਼ਹਿਦ, ਮਿਠਾਸ। ਸੰਸਾਰ ਦੀਆਂ ਜਿਹੜੀਆਂ ਨੇ ਉਹ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਸੰਸਾਰ ਦੇ ਵਿੱਚ। ਇਹ ਵਸਤੂਆਂ ਬੜੀਆਂ ਮਿੱਠੀਆਂ ਲੱਗਦੀਆਂ ਨੇ। ਇਸ ਕਰਕੇ ਗੁਰਬਾਣੀ ਨੇ ਕਿਹਾ ਵੀ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਇਹ ਸਾਰੀਆਂ ਵਸਤੂਆਂ ਭਾਈ ਮਿੱਠੀਆਂ ਨੇ, ਪਰ ਇਹ ਰੱਬ ਤੱਕ ਨਹੀਂ ਪਹੁੰਚਾ ਸਕਦੀਆਂ। ਬੜੀ ਸਵਾਦੀਆਂ ਨੇ ਸੰਸਾਰ ਦੀਆਂ ਇਹ ਵਸਤੂਆਂ, ਇਹ ਜਿਹੜੇ ਪਦਾਰਥ ਨੇ, ਮਨਮੋਹਣੇ ਨੇ ਬੜੇ। ਇਸ ਕਰਕੇ ਬਾਬਾ ਫਰੀਦ ਜੀ ਸਮਝਾਉਂਦੇ ਨੇ ਕਿ ਹਰ ਪਾਸੇ ਸੋਹਣੇ ਸੋਹਣੇ ਸਵਾਦਲੇ ਸਵਾਦਲੇ ਮਨਮੋਹਣੇ ਪਦਾਰਥ, ਵਿਸ਼ੇ ਵਿਕਾਰ ਜਿਹੜੇ ਨੇ ਉਹ ਮੌਜੂਦ ਨੇ। ਇਸ ਕਰਕੇ ਮਨੁੱਖ ਇਹਨਾਂ ਵਿਕਾਰਾਂ ਵਾਲੇ ਪਾਸੇ ਚੱਲ ਪੈਂਦਾ ਹੈ, ਬੁਰਾਈਆਂ ਵਾਲੇ ਪਾਸੇ ਚੱਲ ਪੈਂਦਾ ਹੈ, ਕਿਉਂਕਿ ਇਹ ਜਦੋਂ ਭੋਗਣ ਵਾਸਤੇ ਜਾਂਦਾ ਹੈ ਤੇ ਸਵਾਦ ਬੜੇ ਲੱਗਦੇ ਹੈ। ਬੰਦਾ ਸਵਾਦ ਵਿੱਚ ਖਾ ਤੇ ਲੈਂਦਾ ਹੈ, ਪਰ ਫਿਰ ਜੋ ਮਿੱਠਾ ਕਰਕੇ ਖਾਇਆ ਕੋੜਾ ਉਪਜਿਆ ਸਾਧ। ਜਦੋਂ ਇਹਨਾਂ ਨੂੰ ਮਿੱਠੇ ਕਰਕੇ ਖਾਂਦਾ, ਗੁਰਬਾਣੀ ਕਹਿੰਦੀ ਫਿਰ ਕੋੜਾ ਇਹਨਾਂ ਵਿੱਚ ਸਵਾਦ ਬਿਮਾਰੀ ਲੱਗੀ ਕੋਈ। ਮਿੱਠੀ ਚੀਜ਼ਾਂ ਨੂੰ ਅਸੀਂ ਕਿਤੇ ਭੱਜ ਕੇ ਖਾਂਦੇ ਹਾਂ, ਨਸ ਕੇ ਖਾਂਦੇ ਹਾਂ, ਉਹਨਾਂ ਨੂੰ ਭੋਗਦੇ ਹਾਂ। ਜਦੋਂ ਸ਼ੂਗਰ ਹੋ ਜਾਂਦੀ ਫਿਰ ਬੰਦਾ ਛੱਡ ਦਿੰਦਾ ਹੈ। ਮਿੱਠਾ ਕਰਕੇ ਖਾਧਾ ਸੀ, ਪਰ ਬਾਬਾ ਫਰੀਦ ਜੀ ਕਹਿੰਦੇ ਨੇ ਬਾਅਦ ਦੇ ਅੰਦਰ ਉਹ ਕੋੜੇ ਹੋ ਗਏ, ਕਿਉਂਕਿ ਇਹ ਰੱਬ ਨੇ ਸਾਰੇ ਸੰਸਾਰ ਨੂੰ ਮਿਠਾਸ ਨਾਲ ਭਰਿਆ ਹੋਇਆ ਹੈ। ਇਹ ਚੀਜ਼ਾਂ ਬੜੀਆਂ ਮਨਮੋਹਣੀਆਂ ਨੇ, ਤੇ ਇਸ ਦੇ ਨਾਲ ਹੋ ਕੇ ਰਿਹਾ ਨਾ, ਮਨਮੋਹਣੇ ਪਦਾਰਥਾਂ ਵਿੱਚ ਖਚਿਤ ਹੋਇਆ। ਵਿਸ਼ੇ ਵਕਾਰ ਚਾਰੇ ਪਾਸੇ ਮੌਜੂਦ ਨੇ, ਤੇ ਇਹਨਾਂ ਵਿੱਚ ਮਨੁੱਖ ਖਚਿਤ ਹੋ ਜਾਂਦਾ ਹੈ। ਤੇ ਇਹ ਮਨੁੱਖਾ ਜੀਵਨ ਜਿਸ ਵਾਸਤੇ ਮਿਲਿਆ, ਕਹਿਣਾ ਇਹ ਚਾਹੁੰਦੇ ਨੇ ਬਾਬਾ ਫਰੀਦ ਜੀ, ਉਹ ਬੰਦਾ ਕੰਮ ਨਹੀਂ ਕਰਦਾ। ਆਓ ਕਿ ਜਿਸ ਵਾਸਤੇ ਮਨੁੱਖਾ ਜੀਵਨ ਪ੍ਰਾਪਤ ਹੋਇਆ, ਇਸ ਜੀਵਨ ਦੀ ਪ੍ਰਾਪਤੀ ਹੋਈ, ਉਹ ਕੰਮ ਬੰਦਾ ਕਰ ਨਹੀਂ ਰਿਹਾ। ਸਗੋਂ ਕੀ ਹੋ ਰਿਹਾ, ਕਹਿੰਦੇ ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ। ਆਖਣ ਲੱਗੇ ਬਾਬਾ ਫਰੀਦ ਜੀ, ਡੀੜਾ ਦਾ ਅਰਥ ਹੁੰਦਾ ਦਿਹਾੜਾ, ਵੰਜੈ ਦਾ ਅਰਥ ਹੈ ਬਤੀਤ ਹੋ ਰਿਹਾ। ਆਖਣ ਲੱਗੇ ਜੋ ਜੋ ਦਿਹਾੜਾ ਬੀਤਦਾ ਹੈ, ਆਓ ਕਿ ਦਿਨ ਤਾਂ ਹਰ ਰੋਜ਼ ਬਤੀਤ ਹੁੰਦੇ ਜਾ ਰਹੇ ਨੇ। ਜੋ ਦਿਨ ਆਵੇਂ ਸੋ ਦਿਨ ਜਾਏ। ਜਿਹੜਾ ਦਿਨ ਚੜਿਆ ਸ਼ਾਮ ਤੱਕ ਚਲਾ ਜਾਂਦਾ, ਕੋਈ ਤਾਕਤ ਨਹੀਂ ਦੁਨੀਆ ਦੀ ਰੋਕ ਸਕੇ। ਬੰਦੇ ਵਿੱਚ ਇਤਨੀ ਤਾਕਤ ਨਹੀਂ ਵੀ ਦਿਨ ਚੜਿਆ ਉਹ ਆਖੇ ਕਿ ਮੈਂ ਜੋ ਦਿਨ ਰੋਕ ਸਕਦਾ। ਮਹਾਰਾਜ ਕਹਿੰਦੇ ਨੇ, ਕਹਿੰਦੇ ਇਹ ਜ਼ਿੰਦਗੀ ਦੇ ਵਿੱਚੋਂ ਇਸ ਤਰ੍ਹਾਂ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਸਫ਼ਰ ਹੈ ਨਾ, ਇੱਕ ਇੱਕ ਦਿਨ ਕਰਕੇ ਹੀ ਬਤੀਤ ਹੋ ਜਾਂਦਾ ਹੈ। ਬੰਦਾ ਰੋਕ ਨਹੀਂ ਪਾਉਂਦਾ। ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ। ਬਾਬਾ ਫਰੀਦ ਜੀ ਕਹਿਣ ਲੱਗੇ ਉਹ ਇਸ ਦੀ ਉਮਰ ਨੂੰ ਹੱਥ ਪੈ ਰਹੇ ਹਨ। ਆਓ ਕਿ ਇਸ ਦੀ ਉਮਰ ਨੂੰ ਇੱਕ ਦਿਨ ਚਲਾ ਗਿਆ ਤੇ ਸਮਝ ਲਓ ਕਿ ਦਿਹਾੜੇ ਨੇ ਹੱਥ ਪਾ ਲਿਆ, ਇੱਕ ਦਿਨ ਘਟਾ ਦਿੱਤਾ ਉਮਰ ਵਿੱਚੋਂ, ਆਪਣਾ ਕਬਜ਼ਾ ਕਰ ਲਿਆ ਇੱਕ ਦਿਨ। ਆਓ ਕਿ ਇੱਕ ਇੱਕ ਦਿਨ ਕਰਕੇ ਉਮਰ ਬਤੀਤ ਹੁੰਦੀ ਜਾ ਰਹੀ ਹੈ, ਤੇ ਉਹ ਉਮਰ ਬਤੀਤ ਹੋ ਰਹੀ ਹੈ ਤੇ ਬਤੀਤ ਵੀ ਅਜਾਈ ਜਾ ਰਹੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਇਸ ਤਰ੍ਹਾਂ ਬਤੀਤ ਹੋ ਰਹੀ ਹੈ, ਪਾਓ ਸਫਲੀ ਹੋ ਨਹੀਂ ਰਹੀ। ਬਾਬਾ ਫਰੀਦ ਜੀ ਕਹਿ ਰਹੇ ਨੇ ਆਓ ਕਿ ਦਿਹਾੜਾ ਤਾਂ ਇੱਕ ਚੜ੍ਹਦਾ ਹੈ ਤੇ ਪਰ ਇਸ ਉਮਰ ਨੂੰ ਘਟਾ ਜਾਂਦਾ। ਉਸ ਨੂੰ ਮਹਾਰਾਜ ਨੇ ਇਸ ਤਰ੍ਹਾਂ ਵੀ ਕਿਹਾ ਕਿ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਫਿਰ ਜੋ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਚਾਰ ਸੋ ਕੇ ਦਿਨ ਦੇ ਪੈਰ ਗਵਾ ਲਏ, ਚਾਰ ਜਿਹੜੇ ਨੇ ਉਹ ਹੰਡ ਕੇ ਗਵਾ ਲਏ, ਤੇ ਜੋ ਜਿਹੜੇ ਕੰਮ ਵਾਸਤੇ ਐਸੇ ਉਹ ਕੰਮ ਕੀਤਾ ਹੀ ਨਹੀਂ, ਅਜਾਈ ਚਲਾ ਗਿਆ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ। ਲੇਖਾ ਰਬ ਮੰਗੇਸੀਆ ਤੂੰ ਆਹੋਂ ਕੇਰੇ ਕੰਮ। ਰੱਬ ਨੇ ਤੇਰਾ ਲੇਖਾ ਲੈਣਾ, ਤੂੰ ਕਿਸ ਕੰਮ ਵਾਸਤੇ ਆਏ ਸੀ ਤੈਨੂੰ ਭੁੱਲ ਹੀ ਗਿਆ। ਇੱਥੇ ਆ ਕੇ ਭੁੱਲਿਆ ਕਿਉਂ? ਕਿਉਂਕਿ ਇੱਥੇ ਸੰਸਾਰ ਦੇ ਪਦਾਰਥ ਜਿਹੜੇ ਨੇ ਨਾ, ਇਹ ਮਿੱਠੀਆਂ ਖਜੂਰਾਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ। ਫਿਰ ਕਹਿੰਦੇ ਨੇ ਇੱਥੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਨੇ, ਮਿਠਾਸ ਦੀਆਂ। ਇਸ ਕਰਕੇ ਬੰਦਾ ਜਿਹੜਾ ਕੰਮ ਵਾਸਤੇ ਆਏ ਸੀ ਉਹ ਕੰਮ ਭੁੱਲ ਹੀ ਗਿਆ।
ਜਿਵੇਂ ਕੋਈ ਬੱਚੇ ਨੂੰ ਭੇਜੋ ਨਾ ਦੁਕਾਨ 'ਤੇ ਵੀ ਖੰਡ ਲੈ ਕੇ ਆ, ਅਤੇ ਉੱਥੇ ਨਾਲ ਕੋਈ ਪਿਕਚਰ ਲੱਗੀ ਹੋਵੇ, ਅਤੇ ਉਹ ਕਈ ਵਾਰੀ ਉਸਨੂੰ ਦੇਖਣ 'ਚ ਕਈ ਘੰਟੇ ਗਵਾ ਦਿੰਦਾ। ਘਰ ਦੇ ਖੰਡ ਉਡੀਕਦੇ ਰਹਿੰਦੇ ਆ ਵੀ ਖੰਡ ਲੈ ਕੇ ਆਏਗਾ ਬੱਚਾ। ਆਉਂਦਾ ਅਤੇ ਖਾਲੀ ਹੱਥ, ਕਹਿੰਦੇ ਮੈਨੂੰ ਤਾਂ ਭੁੱਲ ਹੀ ਗਿਆ ਸੀ ਵੀ ਮੈਨੂੰ ਖੰਡ ਇਸ ਵਾਸਤੇ ਭੇਜਿਆ ਜੀ। ਇਸ ਤਰ੍ਹਾਂ ਰੱਬ ਨੇ ਭੇਜਿਆ ਸੀ ਨਾਮ ਵਿਆਜਣ ਵਾਸਤੇ, ਅਤੇ ਰੱਬ ਜੀ ਪੁੱਛਦੇ ਨੇ ਹਾਂ ਦੱਸ, ਨਾਮ ਹੀ ਭੁੱਲ ਗਿਆ ਸੀ, ਮੈਂ ਤਾਂ ਹੋਰ ਹੀ ਕੁਝ ਕਰਦਾ ਰਿਹਾ ਉੱਥੇ। ਇਹ ਮਨੁੱਖ ਦੀ ਹਾਲਤ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ। ਇਸ ਕਰਕੇ ਹਰ ਰੋਜ਼ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਹੁਕਮ ਕੀਤਾ ਵੀ ਸੋਹਿਲਾ ਸਾਹਿਬ ਪੜ੍ਹ ਕੇ ਸੋਇਆ ਕਰ। ਸੋਹਿਲਾ ਸਾਹਿਬ ਦੇ ਵਿੱਚ ਕੁਝ ਐਸੀਆਂ ਗੱਲਾਂ ਵਾਚਣ ਵਾਲੀਆਂ ਨੇ ਗੁਰਸਿੱਖੋ। ਮਹਾਰਾਜ ਕਹਿੰਦੇ ਨੇ ਦੇਖ ਪਰਮਾਤਮਾ ਵਾਹਿਗੁਰੂ ਨੇ ਜੀਵਨ ਦਿੱਤਾ, ਸੰਮਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਇੱਕ ਇਹ ਦਾਤ ਸੰਗਤ ਕੋਲੋਂ ਮੰਗੀ ਗਈ ਹੈ ਵੀ ਇਹ ਸੰਗਤ ਮੈਨੂੰ ਅਸੀਸ ਦਿਓ ਕਿ ਮੇਰਾ ਸਾਹਿਬ ਦੇ ਨਾਲ ਮਿਲਾਪ ਹੋ ਜਾਏ। ਕਹਿੰਦੇ ਕਿਉਂ ਚਾਹੁੰਦਾ ਮਿਲਾਪ, ਅਜੇ ਤੇ ਬੜਾ ਵਕਤ ਹੈ। ਉਹ ਕਹਿੰਦਾ ਨਹੀਂ ਵਕਤ ਨਹੀਂ। ਗੁਰੂ ਸਾਹਿਬ ਕਹਿਣ ਲੱਗੇ ਵੀ ਸੰਮਤ ਸਾਹ ਲਿਖਿਆ, ਸਾਹ ਜਿਹੜਾ ਲਿਖਿਆ ਹੋਇਆ ਹੈ ਉਹ ਸੰਮਤ ਤਰੀਕ ਲਿਖੀ ਹੋਈ ਹੈ, ਸਾਹ ਇੱਕ ਸਾਹ ਲਿਖਿਆ ਹੋਇਆ ਉਹਨੇ ਉਤਨੇ ਹੀ ਲੈਣੇ। ਮੈਂ ਇੱਥੇ ਸੰਮਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਘਰ ਘਰ ਇਹੋ ਪਹੁੰਚਾ। ਡਰ ਕੀ ਹੈ, ਕਹਿੰਦੇ ਘਰ ਘਰ ਇਹ ਸੱਦਾ ਜੋ ਆ ਰਿਹਾ, ਮੌਤ ਦਾ ਸੱਦਾ ਕੋਈ ਕਹਿ ਕੇ ਤੇ ਆਉਣਾ ਨਹੀਂ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਕੀ ਹੈ ਵੀ ਰੋਜ਼ ਸੱਦੇ, ਕਦੀ ਕਿਸੇ ਨੂੰ ਪੈ ਜਾਂਦਾ, ਕਦੀ ਕਿਸੇ ਦੇ ਘਰ ਵਿੱਚ ਆ ਜਾਂਦਾ, ਕਦੀ ਕਿਸੇ ਦੇ ਘਰ ਆ ਜਾਂਦਾ, ਸੱਦੇ ਪੈ ਰਹੇ ਨੇ। ਇਸ ਕਰਕੇ ਸੱਦਨ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਸਾਧੂ ਕਹਿੰਦੇ ਉਹ ਦਿਨ ਤੇਰਾ ਵੀ ਆਉਣ ਵਾਲਾ ਹੈ, ਸੋ ਦਿਨ ਆਵਨ ਲਾਗਾ। ਕਬੀਰ ਸਾਹਿਬ ਵੀ ਉਹ ਦਿਨ ਤੇਰਾ ਵੀ ਆ ਰਿਹਾ, ਜੋ ਬਾਬਾ ਫਰੀਦ ਜੀ ਇੱਥੇ ਸਮਝਾਉਣਾ ਚਾਹੁੰਦੇ ਨੇ ਵੀ ਤੇਰੇ ਦਿਨ ਅਜਾਈ ਜਾ ਰਹੇ ਨੇ, ਵਿਅਰਥ ਜਾ ਰਹੇ ਨੇ। ਫਿਰ ਸੋਹਿਲਾ ਸਾਹਿਬ ਦੇ ਵਿੱਚ ਹਰ ਰੋਜ਼ ਸਿੱਖ ਪੜ੍ਹਦਾ ਹੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਸੋਹਿਲਾ ਸਾਹਿਬ ਪੜ੍ਹਨ ਦਾ ਮਕਸਦ ਹੀ ਹੈ ਕਿ ਬੰਦੇ ਨੂੰ ਸੌਣ ਵੇਲੇ, ਇਹ ਚਲੋ ਪੂਰਾ ਦਿਨ ਨਹੀਂ ਵੀ ਯਾਦ ਕੀਤਾ, ਅਤੇ ਸੌਣ ਵੇਲੇ ਜਦੋਂ ਸੋਹਿਲਾ ਪੜ੍ਹਦਾ ਤਾਂ ਇਹਨੂੰ ਇਹ ਗੱਲ ਚੇਤੇ ਆਵੇ ਕਿ ਇਹ ਗੁਰੂ ਦੇ ਸਿਮਰਨ ਦੀ, ਗੁਰੂ ਦੀ ਸੇਵਾ ਦਾ ਵੇਲਾ ਹੈ। ਮਨੁੱਖਾ ਜੀਵਨ ਜਿਹੜਾ ਗੁਰੂ ਦੀ ਸਿਫਤ ਸਲਾਹ ਕਰਨ ਦਾ ਵੇਲਾ ਹੈ। ਅਤੇ ਉਹ ਜਦੋਂ ਬੰਦਾ ਕਹਿੰਦਾ ਪੂਰਾ ਦਿਨ ਤੇ ਮੈਂ ਸੇਵਾ ਕੋਈ ਗੁਰੂ ਦੀ ਕੀਤੀ ਨਹੀਂ, ਨਾ ਸਿਮਰਨ ਕੀਤਾ, ਜਦੋਂ ਸੌਣ ਵੇਲੇ ਦੇ ਵਚਨ ਯਾਦ ਆਉਂਦੇ ਨੇ, ਕਰੋ ਬੇਨੰਤੀ ਸੁਣੋ ਮੇਰੇ ਮਿੱਤਾ ਸੰਤ ਟਹਿਲ ਕੀ ਵੇਲਾ। ਫਿਰ ਮਰ ਕਹਿੰਦੇ ਇਹਾਂ ਖਾਟ, ਇਹਾਂ ਦਾ ਅਰਥ ਇੱਥੇ ਖੜ ਕੇ, ਇਹਾਂ ਖਾਟ ਚਲੋ ਹਰ ਲਾਹਾ। ਹਰੀ ਪਰਮਾਤਮਾ ਦੇ ਨਾਮ ਦਾ ਲੈ ਕੇ ਅੱਗੇ ਚਲੋ, ਕਿਉਂਕਿ ਉੱਥੇ ਲਾਹ ਲੈ ਕੇ ਜਾਓਗੇ ਤਾਂ ਹੀ ਕਦਰ ਪੈਣੀ ਹੈ। ਜੇ ਲਾਹ ਲੈ ਕੇ ਖੱਟ ਕੇ ਨਹੀਂ ਨਾ ਗਏ, ਉੱਥੇ ਕਦਰ ਕੋਈ ਨਹੀਂ ਪੈਣੀ ਵਾਹਿਗੁਰੂ ਦੇ ਘਰ। ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ। ਇਹਨੂੰ ਹੋਰ ਸੌਖਾ ਕਰਦੇ ਹਾਂ ਤੈਨੂੰ। ਜਦੋਂ ਇੱਕ ਬੱਚੀ ਜਿਹੜੀ ਹੈ ਉਹ ਪੇਕੇ ਘਰ 'ਚ ਰਹਿੰਦੀ ਹੈ ਅਤੇ ਸਹੁਰੇ ਘਰ ਦੀ ਤਿਆਰੀਆਂ ਕਰਦੀ ਹੈ, ਅਤੇ ਜਿਹੜੀ ਬੱਚੀ ਸਾਰੇ ਕੰਮ ਸਿੱਖ ਲੈਂਦੀ ਹੈ, ਸਾਰੇ ਹੁਨਰ ਆ ਜਾਂਦੇ ਨੇ, ਰੋਟੀ ਪਕਾਉਣੀ ਆਉਂਦੀ ਹੈ, ਕੱਪੜੇ ਪ੍ਰੈਸ ਕਰਨੇ ਆਉਂਦੇ ਨੇ, ਧੋਣੇ ਆਉਂਦੇ ਨੇ, ਬੋਲ ਚਾਲ ਆਉਂਦੀ ਹੈ, ਕੱਢਣਾ ਬੁਣਨਾ ਆਉਂਦਾ ਹੈ, ਤਾਂ ਉਸਦਾ ਸਹੁਰੇ ਘਰ ਦੇ ਵਿੱਚ ਜਾ ਕੇ ਵਸਣਾ ਸੌਖਾ ਹੋ ਜਾਂਦਾ। ਨਹੀਂ ਤਾਂ ਉੱਥੇ ਉਹਨੂੰ ਤੰਗੀ ਆਉਂਦੀ, ਰੋਟੀ ਬਣਾਉਣ ਨੂੰ ਸੱਸ ਕਵੇ ਤੇ ਆਉਂਦੀ ਨਹੀਂ, ਸੱਸ ਕਵੇ ਦੁੱਧ ਨੂੰ ਜਾਗ ਲਾ, ਉਹਨੂੰ ਜਾਗ ਲਾਣੀ ਨਹੀਂ ਆਉਂਦੀ, ਕੰਮ ਕੋਈ ਆਉਂਦਾ ਨਹੀਂ ਉਸਨੂੰ, ਸਿੱਖਿਆ ਨਹੀਂ। ਕਿਉਂਕਿ ਜਦੋਂ ਵਿਆਜਣ ਦਾ ਵੇਲਾ ਸੀ ਉਸ ਵੇਲੇ ਸਿੱਖਿਆ ਨਹੀਂ। ਹੁਣ ਜਦੋਂ ਸਹੁਰੇ ਘਰ ਦੇ ਵਿੱਚ ਚਲੀ ਗਈ ਅਤੇ ਉੱਥੇ ਜਿਹੜੇ ਕੰਮ ਆਖੇ ਗਏ ਅਤੇ ਉਹ ਕੀ ਹੁੰਦਾ, ਫਿਰ ਕੰਮ ਕੋਈ ਕਰਦੇ ਨਹੀਂ ਹੈ। ਫਿਰ ਸੱਸ ਉਸ ਨੂੰ ਕੁਛ ਕਹਿੰਦੀ ਹੈ ਅਤੇ ਉਹ ਲੜਾਈ ਹੁੰਦੀ ਹੈ, ਅਤੇ ਫਿਰ ਉਹ ਪੇਕੇ ਘਰ ਨੂੰ ਨੱਸਣ ਦਾ ਯਤਨ ਕਰਦੀ। ਉੱਥੇ ਤਾਂ ਮੰਨ ਲਓ ਕਿ ਇੱਕ ਲੜਕੀ ਦਾ ਵਿਆਹ ਹੋਇਆ, ਸਹੁਰੇ ਘਰ ਗਈ ਹੈ ਅਤੇ ਪੇਕੇ ਘਰ ਆ ਸਕਦੀ, ਪਰ ਜਿੰਨਾ ਮੌਤ ਦਾ ਸੱਦਾ ਆ ਗਿਆ ਉਹਨਾਂ ਤਾਂ ਪੇਕੇ ਘਰ 'ਚ ਆਇਆ ਨਹੀਂ ਨਾ ਜਾਇਆ ਜਾ ਸਕਦਾ। ਉੱਥੋਂ ਵਾਪਸੀ ਕੋਈ ਨਹੀਂ ਹੈ, ਉਸ ਘਰ ਦੇ ਵਿੱਚੋਂ ਵਾਪਸੀ ਕੋਈ ਬੂਹੇ ਬੰਦ ਨੇ ਉੱਥੇ ਜਾ ਕੇ। ਜਿੰਨਾ ਮੌਤ ਆ ਗਈ ਨਾ, ਰੱਬ ਦੇ ਘਰ 'ਚ ਪਹੁੰਚ ਜਾਵਾਂਗੇ। ਫਿਰ ਜੋ ਅਸੀਂ ਇੱਥੋਂ ਖੱਟਿਆ ਨਾ, ਉਸਦਾ ਹੀ ਹਿਸਾਬ ਕਿਤਾਬ ਹੋਣਾ ਉੱਥੇ। ਇੱਥੇ ਤਾਂ ਫਿਰ ਜੋ ਬੱਚੀ ਸਹੁਰੇ ਘਰ 'ਚ ਤੋਂ ਪੇਕੇ ਘਰ ਜਾ ਸਕਦੀ ਹੈ, ਪਰ ਜੇ ਉੱਥੇ ਦੀ ਟਿਕਟ ਘਟ ਗਈ ਨਾ ਸਹੁਰੇ ਘਰ ਦੀ, ਪੇਕੇ ਘਰ 'ਚ ਨਹੀਂ ਆਇਆ ਜਾ ਸਕਦਾ। ਇਹ ਸੰਸਾਰ ਦੁਬਾਰਾ ਨਹੀਂ ਜੇ ਮਿਲਣਾ। ਇਸ ਨੂੰ ਮਹਾਰਾਜ ਕਹਿੰਦੇ ਨੇ ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਓਦ ਘਟੈ ਦਿਨਸ ਰਹਿ ਨਾਰੇ ਜੋ ਜੋ ਵੰਜੈ ਡੀਹੜਾ। ਜਿਹੜਾ ਜਿਹੜਾ ਵੀ ਦਿਨ ਬਤੀਤ ਹੁੰਦਾ ਜਾ ਰਿਹਾ ਜ਼ਿੰਦਗੀ ਦਾ, ਕਹਿੰਦੇ ਨੇ ਸੋ ਉਮਰ ਹੱਥ ਪਵਨ। ਉਮਰ ਨੂੰ ਹੱਥ ਪਾ ਜਾਂਦਾ ਹੈ, ਪਾਓ ਕਿ ਉਮਰ ਘਟਾ ਦਿੰਦਾ। ਇੱਕ ਦਿਨ ਘਟ ਗਿਆ, ਉਮਰ ਘਟ ਗਈ। ਕਬੀਰ ਸਾਹਿਬ ਨੇ ਤਾਂ ਹੀ ਕਿਹਾ ਸੀ, ਕਹਿੰਦੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਮਾਂ ਜਦੋਂ ਆਪਣੇ ਪੁੱਤਰ ਨੂੰ ਦੇਖਦੀ ਹੈ ਨਾ, ਜਨਮ ਤੋਂ 2 ਸਾਲਾਂ ਦਾ, 4 ਦਾ ਹੋ ਗਿਆ, 10 ਦਾ ਹੋ ਗਿਆ, ਕਹਿੰਦੀ ਮੇਰਾ ਪੁੱਤਰ ਵੱਡਾ ਹੋ ਗਿਆ।
ਹੈ ਜੀ। 18-20 ਸਾਲਾਂ ਦਾ ਹੋ ਗਿਆ, ਮਾਂ ਕਹਿੰਦੀ ਦੇਖ ਮੇਰਾ ਪੁੱਤਰ ਤਾਂ ਜਵਾਨ ਹੋ ਗਿਆ, ਮੇਰੇ ਜਿੱਡਾ ਹੋ ਗਿਆ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਜਿਹੜੀ ਗੱਲ ਬਾਬਾ ਫਰੀਦ ਜੀ ਕਹਿੰਦੇ ਨੇ, ਮਾਂ ਵਿਚਾਰੀ ਜਾਣਦੀ ਨਹੀਂ ਕਿ ਦਿਨ ਦਿਨ ਕਰਕੇ ਇਸਦੀ ਉਮਰ ਬਤੀਤ ਹੁੰਦੀ ਜਾ ਰਹੀ ਹੈ। ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ। ਮੇਰਾ ਮੇਰਾ ਕਰਕੇ ਮਾਂ ਬੱਚੇ ਨੂੰ ਪਿਆਰ ਕਰਦੀ ਹੈ। ਤੇ ਕਹਿੰਦੇ ਕਬੀਰ ਸਾਹਿਬ, ਪੇਖਤ ਹੀ ਜਮਰਾਓ ਹਸੈ ਹੈ। ਜਮਰਾਜ ਜਦੋਂ ਵੇਖਦਾ ਨਾ ਉਸ ਬੱਚੇ ਨੂੰ ਤੇ ਮਾਂ ਨੂੰ ਵੇਖਦਾ, ਹੱਸਦਾ ਉਹਨਾਂ ਦੇ ਉੱਤੇ। ਕਿਉਂ? ਕਿਉਂਕਿ ਮਾਂ ਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਕਿ ਇਸ ਦਾ ਤੇ ਸੱਦਾ ਆਉਣ ਵਾਲਾ। ਐਸਦੀ ਉਮਰ ਜਿਹੜੀ ਮਿਲੀ ਸੀ 18-20 ਸਾਲ ਮੁੱਕ ਗਈ ਤੇ ਕੰਮ ਮੁੱਕ ਗਿਆ। ਕਿਉਂਕਿ ਮੌਤ ਇੱਦਾਂ ਦੀ, ਇੱਕ ਵਿਦਵਾਨ ਨੇ ਲਿਖਿਆ, ਵਧੈ ਵਧੈ ਘਟੈ ਘਟੈ, ਨਾ ਵਧੈ ਨਾ ਘਟੈ। ਵਧੈ ਵਧੈ ਦਾ ਅਰਥ ਹੈ ਸਾਡੀ ਤ੍ਰਿਸ਼ਨਾ ਵਧ ਰਹੀ ਹੈ, ਤੇ ਘਟੈ ਘਟੈ ਸਾਡੀ ਉਮਰ ਘਟ ਰਹੀ ਹੈ। ਤ੍ਰਿਸ਼ਨਾ ਵੱਧਦੀ ਜਾ ਰਹੀ ਹੈ, ਲਾਲਸਾਵਾਂ ਵੱਧਦੀਆਂ ਜਾ ਰਹੀਆਂ ਨੇ, ਪਦਾਰਥਾਂ ਦੀ ਪਕੜ ਵੱਧਦੀ ਜਾ ਰਹੀ ਹੈ, ਵਿਕਾਰ ਵੱਧਦੇ ਜਾ ਰਹੇ ਨੇ, ਅਹੰਕਾਰ ਵੱਧਦਾ ਜਾ ਰਿਹਾ ਹੈ, ਕਾਮ ਵਾਸਨਾਵਾਂ ਵੱਧਦੀਆਂ ਜਾ ਰਹੀਆਂ ਨੇ, ਪਰ ਉਮਰ ਘਟਦੀ ਜਾ ਰਹੀ ਹੈ। ਵਧੈ ਵਧੈ ਘਟੈ ਘਟੈ, ਨਾ ਵਧੈ ਨਾ ਘਟੈ। ਮੌਤ ਦਾ ਦਿਨ ਪੱਕਾ ਪਿਆਰਿਓ, ਨਾ ਇੱਕ ਦਿਨ ਘਟਣਾ ਨਾ ਇੱਕ ਦਿਨ ਵਧਣਾ। ਜਿੰਨਾ ਆਉਣੀ ਹੈ ਫਿਕਸ ਟਾਈਮ ਤੇ ਆ ਜਾਣੀ ਹੈ, ਉਸਨੂੰ ਕੋਈ ਨਾ ਅੱਗੇ ਕਰ ਸਕਦਾ ਨਾ ਪਿੱਛੇ ਕਰ ਸਕਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਮਾਂ ਜਿਹੜੀ ਹੈ ਉਹ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਵੇਖਤ ਹੀ ਜਮਰਾਓ ਹਸੈ। ਮੇਰਾ ਮੇਰਾ ਕਰਕੇ ਲਾਡ ਕਰਦੀ ਹੈ, ਪਰ ਜਮਰਾਜ ਵੇਖ ਕੇ ਹੱਸਦਾ। ਕਿਉਂ? ਕਿਉਂਕਿ ਉਮਰ ਪੂਰੀ ਹੋ ਗਈ। ਇਸ ਕਰਕੇ ਜਦੋਂ ਸੋਹਿਲਾ ਸਾਹਿਬ ਅਸੀਂ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਕਹਿੰਦੇ ਨੇ, ਬੁੱਧ ਘਟੈ ਦਿਨਸ ਰਹਿ ਨਾ। ਤੇਰੀ ਉਮਰ ਜਿਹੜੀ ਉਹ ਬਤੀਤ ਹੋਦੀ ਜਾ ਰਹੀ ਹੈ, ਦਿਨ ਤੇ ਰਾਤ ਹਰ ਰੋਜ਼ ਤੇਰੀ ਜ਼ਿੰਦਗੀ ਚੋਂ ਘਟਦੇ ਜਾ ਰਹੇ ਨੇ। ਤੇ ਫਿਰ ਕੀ ਹੈ ਮਹਾਰਾਜ, ਜਦੋਂ ਉਮਰ ਬਤੀਤ ਹੋ ਰਹੀ ਹੈ। ਸਾਧੂ ਕਹਿੰਦੇ ਨੇ, ਮਨ ਗੁਰ ਮਿਦ ਕਾਜ ਸਵਾਰੇ। ਹੇ ਮਨਾ, ਗੁਰੂ ਨੂੰ ਮਿਲ ਕੇ ਜ਼ਿੰਦਗੀ ਦਾ ਜਿਹੜਾ ਕਾਰਜ ਹੈ ਉਹ ਕਾਰਜ ਨੂੰ ਸਵਾਰ ਲੈ। ਪਾਓਗੇ ਗੁਰੂ ਨੂੰ ਮਿਲ ਕੇ ਉਸ ਕਾਰਜ ਵਿੱਚ ਲੱਗ, ਜਿਸ ਕਾਰਜ ਨੂੰ ਕਰਨ ਵਾਸਤੇ ਆਇਆ, ਜਿਹੜਾ ਕਾਰਜ ਵਾਸਤੇ ਸੰਸਾਰ ਤੋਂ ਤੈਨੂੰ ਜਨਮ ਮਿਲਿਆ। ਪਰ ਹੈਰਾਨੀ ਦੀ ਗੱਲ ਹੈ, ਬਾਬਾ ਫਰੀਦ ਜੀ ਕਹਿੰਦੇ ਨੇ, ਮਨੁੱਖ ਇਹਨਾਂ ਪਦਾਰਥਾਂ ਵਿੱਚ ਹੀ ਗਲਤਾਨ ਹੈ। ਇਹ ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ ਜੋ ਦਿਸ ਰਹੀਆਂ ਨੇ, ਸ਼ਹਿਦ ਦੀਆਂ ਨਦੀਆਂ ਜੋ ਵਗ ਰਹੀਆਂ ਨੇ, ਪਾਓ ਕਿ ਹਰ ਪਾਸੇ ਸੋਹਣੇ ਸੋਹਣੇ ਸਵਾਦ ਲੈ ਮਨਮੋਹਣੇ ਪਦਾਰਥ ਵਿਸ਼ੇ ਵਿਕਾਰ ਮੌਜੂਦ ਨੇ। ਮਨੁੱਖ ਇਹਨਾਂ ਵਿੱਚ ਹੀ ਲੱਗਿਆ ਹੋਇਆ, ਇਹਨਾਂ ਵਿੱਚ ਲੱਗਿਆ ਲੱਗਿਆ ਮਨੁੱਖੀ ਜੀਵਨ ਖਤਮ ਹੋ ਜਾਂਦਾ ਹੈ। ਤਾਂ ਹੀ ਕਿਹਾ ਸੀ ਕਬੀਰ ਸਾਹਿਬ ਨੇ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜਿਆਰਾ ਲੋਭ ਕਰਤ ਹੈ, ਆਜ ਕਾਲ ਉੜ ਜਾਏਗਾ। ਲਾਲਚ ਲਾਗੇ ਗਵਾਇਆ ਤਾਂ ਨਾ ਕੀਜੈ, ਕਾਗਦ ਜਿਉਂ ਗਲ ਜਾਏਗਾ। ਇਸਨੇ ਖਤਮ ਹੋ ਜਾਣਾ ਸਾਰਾ ਕੁਝ। ਆਓ ਇੱਥੇ ਬਾਬਾ ਫਰੀਦ ਜੀ ਇਹ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਸੰਸਾਰ ਦੇ ਵਿੱਚ ਭਾਵੇਂ ਪਰਮਾਤਮਾ ਨੇ ਸੋਹਣੇ ਪਦਾਰਥ ਬਣਾਏ ਨੇ, ਸੋਹਣਾ ਰੂਪ ਰੰਗ ਬਣਾਇਆ ਹੈ, ਇਸ ਸੰਸਾਰ ਨੂੰ ਬੜਾ ਸੁੰਦਰ ਬਣਾਇਆ ਹੈ, ਪਰ ਇਸ ਦੇ ਵਿੱਚ ਗਲਤਾਨ ਹੋ ਕੇ ਭਾਈ ਪਦਾਰਥ ਕਿਤੇ ਐਸਾ ਨਾ ਹੋਵੇ ਤੇਰਾ ਹਰ ਰੋਜ਼ ਜ਼ਿੰਦਗੀ ਦਾ ਇੱਕ ਇੱਕ ਦਿਹਾੜਾ ਬੀਤਦਾ ਜਾਵੇ ਤੇ ਇੱਕ ਦਿਨ ਤੇਰੀ ਉਮਰ ਖਤਮ ਹੋ ਜਾਵੇ ਤੇ ਉਸ ਦਿਨ ਤੈਨੂੰ ਯਾਦ ਆਵੇ ਕਿ ਮੈਂ ਤੇ ਕੁਛ ਕੀਤਾ ਹੀ ਨਹੀਂ। ਇੱਕ ਮੈਂ ਗਾਥਾ ਪੜ੍ਹ ਰਿਹਾ ਸੀ ਕਿ ਕਿਸੇ ਬੰਦੇ ਨੇ ਅਫਸਰ ਨੂੰ ਮਿਲਣਾ ਸੀ। ਅਫਸਰ ਨੂੰ ਮਿਲਣਾ ਸੀ ਤੇ ਉਹਦੇ ਕੋਲ ਟਾਈਮ ਲੈ ਲਿਆ, ਜਿਹੜਾ ਦਿਨ ਲਿਆ ਸੀ, ਜਿਹੜੀ ਤਾਰੀਖ ਲਈ ਸੀ, ਉਹ ਬੰਦਾ ਅਫਸਰ ਨੂੰ ਮਿਲਣ ਵਾਸਤੇ ਪਹੁੰਚ ਗਿਆ। ਅਫਸਰ ਨੂੰ ਮਿਲਣ ਵਾਸਤੇ ਪਹੁੰਚ ਗਿਆ ਤੇ ਉੱਥੇ ਗਾਰਡ ਖਲੋਤਾ ਸੀ। ਉਹ ਪਰਚੀ ਵਿਖਾਈ, ਜਿਹੜਾ ਟਾਈਮ ਮਿਲਿਆ ਸੀ ਉਸਨੇ ਅੰਦਰ ਜਾਣ ਦਿੱਤਾ। ਅਫਸਰ ਨੂੰ ਮਿਲਣਾ ਸੀ। ਹੈਰਾਨੀ ਦੀ ਗੱਲ ਇਹ ਕਿ ਅੰਦਰ ਜਦੋਂ ਅਫਸਰ ਨੂੰ ਮਿਲਣ ਵਾਸਤੇ ਜਾਣਾ ਸੀ ਤੇ ਉੱਥੇ ਜਾ ਕੇ ਕੀ ਵੇਖਦਾ ਹੈ, ਅਫਸਰ ਦੇ ਦਫ਼ਤਰ ਤੋਂ ਬਾਹਰ ਬੜੇ ਸੁੰਦਰ ਬਗੀਚੀ ਹੈ, ਫੁੱਲ ਲੱਗੇ ਹੋਏ ਨੇ, ਫੁਹਾਰੇ ਚੱਲ ਰਹੇ ਨੇ, ਬੜੀ ਸੁੰਦਰ ਲਾਈਟਾਂ ਜਗ ਰਹੀਆਂ ਨੇ, ਜਗਮਗ ਜਗਮਗ ਹੋ ਰਹੀ ਹੈ, ਬੜੇ ਮਨ ਨੂੰ ਮੋਹਣ ਵਾਲੀਆਂ ਚੀਜ਼ਾਂ ਨੇ। ਤੇ ਉਹ ਜਿਹੜਾ ਸਮਾਂ ਮਿਲਿਆ ਸੀ ਉਹ ਫੁਹਾਰੇ ਨੂੰ ਵੇਖਣ ਲੱਗ ਪੈਂਦਾ ਵੀ ਫੁਹਾਰਾ ਕਿੱਦਾਂ ਚੱਲ ਰਿਹਾ। ਬੜਾ ਖੁਸ਼ ਹੁੰਦਾ ਦੇਖ ਕੇ। ਫੁੱਲ ਦੇਖਦਾ, ਇਤਨੇ ਕਿਸਮ ਦੇ ਫੁੱਲ ਲੱਗੇ ਹੋਏ ਨੇ, ਫੁੱਲਾਂ ਦੇ ਵਿੱਚ ਹੀ ਗਲਤਾਨ ਹੋ ਜਾਂਦਾ।
ਹੁਣ ਉਹਨਾਂ ਫੁੱਲਾਂ ਨੂੰ ਦੇਖਦੇ ਦੇਖਦੇ, ਫੁਆਰਿਆਂ ਨੂੰ ਦੇਖਦੇ ਦੇਖਦੇ ਉਹਨਾਂ 'ਚ ਉਸ ਦਾ ਮਿਲਿਆ ਹੋਇਆ ਜਿਹੜਾ ਸਮਾਂ ਸੀ, ਜੋ ਘੰਟਾ ਬੱਧੀ ਦਾ ਸਮਾਂ ਮਿਲਿਆ ਸੀ, ਉਹ ਬਤੀਤ ਹੋ ਗਿਆ। ਹੁਣ ਜਦੋਂ ਗਾਰਡ ਆਇਆ ਤੇ ਉਹਦੀ ਬਾਂਹ ਫੜ ਕੇ ਉਸਨੂੰ ਦਫ਼ਤਰ ਦੇ ਵਿੱਚੋਂ ਕੱਢਣ ਲੱਗਿਆ, ਅਫਸਰ ਦੇ ਉਸ ਸਥਾਨ ਤੋਂ ਬਾਹਰ ਕਰਨ ਲੱਗ ਪਿਆ, ਤਾਂ ਉਸ ਵੇਲੇ ਜੋ ਹੈ ਉਹਨੂੰ ਯਾਦ ਆਇਆ, ਮੈਂ ਤਾਂ ਕਿਸੇ ਕੰਮ ਵਾਸਤੇ ਆਇਆ ਸੀ। ਹੁਣ ਉਹ ਕਹਿੰਦਾ ਬਸ 1 ਸੈਕਿੰਡ ਦੇ ਦਿਓ, ਬਸ ਮੈਂ ਆਪਣੀ ਗੱਲ ਕਰਕੇ ਹੁਣ ਆਇਆ। ਕਹਿੰਦਾ ਨਾ, ਹੁਣ ਵਕਤ ਨਹੀਂ ਦੇਣਾ, ਕਿਉਂਕਿ ਤੈਨੂੰ ਸਮਾਂ ਮਿਲਿਆ ਸੀ, ਸਮੇਂ ਤੋਂ ਬਿਨਾਂ 1 ਮਿੰਟ ਵੀ ਉੱਪਰ ਜਿਹੜਾ ਹੈ ਉਹ ਅਸੀਂ ਤੈਨੂੰ ਨਹੀਂ ਭੇਜ ਸਕਦੇ। ਹੁਣ ਦੂਜੇ ਨੂੰ ਮਿਲਣ ਦੀ ਵਾਰੀ ਹੈ। ਸੱਚ ਜਾਣਨਾ ਕਿ ਇਹ ਮਨੁੱਖਾ ਜੀਵਨ ਰੱਬ ਨੂੰ ਮਿਲਣ ਵਾਸਤੇ ਮਿਲਿਆ ਸੀ, ਪਰ ਅਸੀਂ ਸੰਸਾਰ ਦੇ ਇਹਨਾਂ ਪਦਾਰਥਾਂ ਦੇ ਵਿੱਚ ਹੀ ਗਲਤਾਨ ਹੋ ਕੇ, ਸੰਸਾਰ ਦੀ ਖੂਬਸੂਰਤੀ ਵਿੱਚ ਹੀ ਖੂਬ ਕੇ, ਔਰ ਇਹ ਰੱਬ ਦੀਆਂ ਖਜੂਰਾਂ ਵਿੱਚ ਲੱਗ ਕੇ ਤੇ ਦੀਆਂ ਵਗ ਰਹੀਆਂ ਨੇ, ਇਹਨਾਂ ਵਿੱਚ ਹੀ ਗਲਤਾਨ ਹੋ ਕੇ ਮਨੁੱਖਾ ਜੀਵਨ ਦਾ ਮਿਲਿਆ ਹੋਇਆ ਸਮਾਂ ਜਿਹੜਾ ਅਸੀਂ ਖਤਮ ਕਰ ਲੈਂਦੇ ਹਾਂ। ਜਦ ਸਾਨੂੰ ਯਾਦ ਆਉਂਦੀ ਹੈ, ਇਸ ਤਰ੍ਹਾਂ ਕਹਿ ਲਵਾਂ ਕਿ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਜਦੋਂ ਕਿ ਮੌਤ ਆ ਕੇ ਖੜਖੜਾਉਂਦੀ ਹੈ ਨਾ, ਬੰਦੇ ਨੂੰ ਐਸਾ ਜਾਣਾ, ਉਸ ਵੇਲੇ ਇਹ ਜਾਗਦਾ ਹੈ, ਮੈਂ ਤਾਂ ਰੱਬ ਨੂੰ ਮਿਲਣ ਵਾਸਤੇ ਆਇਆ ਸੀ, ਮੈਂ ਸ਼ੁਭ ਕਰਮ ਕਰਨ ਵਾਸਤੇ ਆਇਆ ਸੀ, ਮੈਂ ਕੀਤਾ ਹੀ ਕੁਛ ਨਹੀਂ। ਹੁਣ ਇਹ ਜਮਰਾਜ ਨੂੰ ਕਹਿੰਦਾ ਭਾਈ ਕੁਛ ਸਮਾਂ ਦੇ ਦੇ, ਮੈਂ ਜਿਹੜਾ ਕੰਮ ਕਰਨਾ ਸੀ ਉਹ ਕਰ ਲਵਾਂ। ਉਹ ਕਹਿੰਦਾ ਨਹੀਂ ਨਹੀਂ, ਹੁਣ ਸਮਾਂ ਨਹੀਂ ਹੈ, ਹੁਣ ਵਕਤ ਹੋ ਗਿਆ ਪੂਰਾ, ਤੇ ਹੁਣ ਤੈਨੂੰ ਸੱਦਾ ਆ ਗਿਆ, ਹੁਣ ਤੈਨੂੰ ਜਾਣਾ ਹੀ ਪੈਣਾ। ਤੇ ਜੇ ਕੋਈ ਬੰਦਾ ਨਹੀਂ ਜਾਣਾ ਚਾਹੁੰਦਾ, ਇਹਨੂੰ ਹੋਰ ਸੌਖਾ ਕਰਦੇ ਹਾਂ, ਤੁਹਾਡੇ ਸਮਝ ਵਿੱਚ ਆਏਗੀ ਗੱਲ, ਕਿ ਮਨੁੱਖ ਨੂੰ ਪਰਮਾਤਮਾ ਨੇ ਸੱਦਾ ਦੇ ਦਿੱਤਾ, ਮਤਲਬ ਦਾੜੀ ਚਿੱਟੀ ਹੋ ਗਈ, ਕੇਸ ਚਿੱਟੇ ਹੋ ਗਏ ਬੰਦੇ ਦੇ, ਬੁਢੇਪਾ ਆ ਗਿਆ, ਸਰੀਰ ਕਮਜ਼ੋਰ ਹੋ ਗਿਆ, ਇਹ ਸੱਦਾ ਹੈ ਪਰਮਾਤਮਾ ਦਾ। ਉਸ ਵੇਲੇ ਬੰਦਾ ਜਾਗਿਆ ਨਹੀਂ। ਫਿਰ ਜਿਹੜਾ ਬੰਦਾ ਜਮਰਾਜ ਦੇ ਕਹਿਣ ਤੋਂ ਜਾਗਿਆ ਨਹੀਂ, ਪਾਓ ਸਮਝ ਲਓ ਇਹ ਜਮਰਾਜ ਦਾ ਹੀ ਸੱਦਾ ਆਇਆ ਸੀ। ਉਸਨੇ ਕਿਹਾ ਵੀ ਹੁਣ ਤੇਰਾ ਥੋੜਾ ਸਮਾਂ ਰਹਿ ਗਿਆ, ਜਾਣ ਦਾ ਵਕਤ ਹੈ। ਪਰ ਬੰਦੇ ਨੇ ਚਲਾਕੀ ਕੀਤੀ, ਬੰਦੇ ਨੇ ਦਾੜੀ ਕਾਲੀ ਕਰ ਲਈ, ਜਾਂ ਆਪਣੇ ਕੇਸਾਂ ਨੂੰ ਕਾਲਾ ਕਰ ਲਿਆ, ਜਾਂ ਹੋਰ ਯਤਨ ਕਰ ਲਿਆ, ਸਰੀਰ ਨੂੰ ਲੁਕਾਉਣ ਦਾ ਯਤਨ ਕੀਤਾ। ਅੱਜ ਤਾਂ ਬਹੁਤ ਸਾਰੇ ਬਿਊਟੀ ਪਾਰਲਰ ਖੁੱਲ੍ਹੇ ਨੇ, ਇਸ ਕਰਕੇ ਵੀ ਬੰਦੇ ਦੀ ਉਮਰ ਹੀ ਨਹੀਂ ਪਤਾ ਲੱਗਦੀ। ਉਹ ਬੰਦੇ ਨੂੰ ਇਸ ਤਰ੍ਹਾਂ ਕਰ ਦਿੰਦੇ ਜਿਵੇਂ ਜੋ 10 ਸਾਲ ਦਾ 20 ਸਾਲ ਦਾ ਬੰਦਾ ਹੁੰਦਾ। 60 ਸਾਲ ਦਾ ਬੰਦਾ ਵੀ ਇੱਦਾਂ ਲੱਗਦਾ ਕਿ ਜਿਵੇਂ 10 ਸਾਲ ਦਾ ਹੋਵੇ। ਬੰਦਾ ਯਤਨ ਕਰਦਾ ਹੈ, ਤੇ ਉਸ ਵੇਲੇ ਜਦੋਂ ਸੱਦਾ ਦਿੱਤਾ ਸੀ ਨਾ, ਤੇ ਇਹ ਜੋ ਕੀ ਹੋਇਆ ਕਿ ਇਹ ਉਹਦੇ ਕਹਿਣ ਤੋਂ ਮੰਨਿਆ ਨਹੀਂ ਗੱਲ, ਵੀ ਤੂੰ ਆਪਣੀ ਤਿਆਰੀ ਕਰ ਲੈ। ਫਿਰ ਕੀ ਹੁੰਦਾ ਹੈ ਕਿ ਫਿਰ ਉਹ ਜਿਹੜਾ ਬੰਦਾ ਨਹੀਂ ਜਾਣ ਨੂੰ ਤਿਆਰ ਹੁੰਦਾ ਨਾ, ਧਰਮ ਰਾਜਾ ਜਿਹੜਾ ਉਹ ਜ਼ਬਰਦਸਤੀ ਲੈ ਜਾਂਦਾ। ਫਿਰ ਧਰਮ ਰਾਜਾ ਕੋਈ ਦੁੱਖ ਦੇ ਦਿੰਦਾ ਹੈ, ਕੋਈ ਬਿਮਾਰੀ ਦੇ ਦਿੰਦਾ ਹੈ, ਫਿਰ ਜੋ ਜ਼ਬਰਦਸਤੀ ਉਹਦੇ ਵਿੱਚੋਂ ਜਿੰਦ ਕੱਢ ਕੇ ਲੈ ਜਾਂਦਾ। ਤੇ ਇਹ ਤਰਲੇ ਲੈਂਦਾ ਹੋਇਆ ਰਹਿ ਜਾਂਦਾ ਵੀ ਕੁਛ ਮੈਨੂੰ ਵਕਤ ਤਾਂ ਦੇ ਦਿਓ। ਗੁਰਬਾਣੀ ਕਹਿੰਦੀ ਹੈ ਭਾਈ ਸਿੱਖਾ, ਫਿਰ ਉਸ ਵੇਲੇ ਤਾਂ ਨਹੀਂ ਹੋਣਾ। ਇਸ ਕਰਕੇ ਇਹ ਉਮਰ ਬਤੀਤ ਹੁੰਦੀ ਜਾ ਰਹੀ, ਤੂੰ ਅਜਾਈ ਨਾ ਗਵਾ। ਪਰਮਾਤਮਾ ਨੂੰ ਮਿਲਣ ਆਇਆ, ਉਸਦੇ ਗੁਣ ਗਾ। ਪਰ ਬੰਦੇ ਦੀ ਹਾਲਤ ਹੈ, ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਗੋਬਿੰਦ ਦੇ ਗੁਣ ਨਹੀਂ ਗਾਉਂਦਾ ਮਨੁੱਖ, ਤੇ ਜਨਮ ਅਕਾਰਥ ਕਰ ਲਿਆ। ਦੇਖੋ ਗੁਰਬਾਣੀ ਨੇ ਬੰਦੇ ਨੂੰ ਬਿਲਕੁਲ ਨਿਰਾਸ਼ ਨਹੀਂ ਕੀਤਾ। ਇਹ ਗੁਰੂ ਸਾਹਿਬ ਜੀ ਦੀ ਬਾਣੀ ਹੈ। ਜਿਹੜਾ ਬੰਦਾ ਕਹਿੰਦਾ ਵੀ ਮੇਰੀ ਉਮਰ 60 ਸਾਲ ਹੋ ਗਈ, ਅਜੇ ਵੀ ਗੁਣ ਨਹੀਂ ਗਾਏ, 70 ਸਾਲ ਹੋ ਗਈ, ਉਹਨੂੰ ਵੀ ਅਜੇ ਗੁਰਬਾਣੀ ਕਹਿੰਦੀ ਕੋਈ ਗੱਲ ਨਹੀਂ, ਨਿਰਾਸ਼ ਨਾ ਹੋ। ਉਹ ਕਹਿੰਦਾ ਮੇਰਾ ਕੁਝ ਬਣ ਸਕਦਾ ਹੈ। ਗੁਰਬਾਣੀ ਆਖਦੀ ਹੈ, ਕਹਿੰਦੇ ਹਾਂ ਬਣ ਸਕਦਾ, ਕਿ ਕੰਮ ਕਰ। ਕਹੋ ਨਾਨਕ ਭਜ ਹਰ ਮਨਾ, ਜੇ ਵਿਦ ਜਲ ਕੋ ਮੀਨ। ਅੱਜ ਤੋਂ ਹੀ ਪਰਮਾਤਮਾ ਨੂੰ ਭਜਣਾ ਸ਼ੁਰੂ ਕਰ ਦੇ। ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਤੂੰ ਪਰਮਾਤਮਾ ਨੂੰ ਪਿਆਰ ਕਰਨਾ ਸ਼ੁਰੂ ਕਰ ਦੇ। ਇਹਨਾਂ ਪਦਾਰਥਾਂ ਦਾ ਪਿਆਰ ਛੱਡ ਦੇ। ਅੱਜ ਤੋਂ ਮੀਨ ਦੀ ਤਰ੍ਹਾਂ ਐਡੀ ਪਕੜ ਬਣਾ ਲੈ, ਆਪਣੇ ਮਨ ਨੂੰ ਲੀਨ ਕਰ ਲੈ, ਪ੍ਰਾਪਤੀ ਅੱਜ ਵੀ ਹੋ ਜਾਣੀ ਹੈ। ਦੇਖੋ ਬੜਾ ਪਿਆਰਾ ਸਤਿਗੁਰ ਦਾ ਸ਼ਬਦ ਹੈ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਬੋ ਅੰਦਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋ ਖੋਜੰਤੀਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਕੋ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀਨਾ ਤੇ ਰੀਜੈ। ਪ੍ਰਭ ਸੋ ਮਨ ਲੀਨਾ, ਜੋ ਜਲ ਮੀਨਾ, ਚਾਤਰਿਕ ਜਿਵੇਂ ਤਸੰਤਿਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਤੇਰੇ ਉੱਤੇ ਅੱਜ ਵੀ ਕਿਰਪਾ ਹੋ ਸਕਦੀ ਹੈ। ਬਸ ਮੱਛੀ ਜਿਵੇਂ ਜਲ ਨੂੰ ਪਿਆਰ ਕਰਦੀ ਹੈ ਨਾ, ਇਸ ਤਰ੍ਹਾਂ ਰੱਬ ਨੂੰ ਅੱਜ ਤੋਂ ਪਿਆਰ ਕਰਨਾ ਸ਼ੁਰੂ।
ਬੰਦਾ ਬਾਣੀ ਤਾਂ ਕਈ ਵਾਰੀ ਪੜ੍ਹਨ ਲੱਗਦਾ ਹੈ, ਪਰ ਰਹਿੰਦਾ ਪਰਿਵਾਰ 'ਚ ਹੀ ਗਲਤਾਨ ਹੈ, ਰਹਿੰਦਾ ਪਦਾਰਥਾਂ ਵਿੱਚ ਹੀ ਖਚਿਤ ਹੈ, ਉਹਨਾਂ ਦੇ ਸਵਾਦਾਂ 'ਚ ਹੀ ਲੱਗਿਆ ਹੋਇਆ। ਉਹ ਬਾਣੀ ਪੜ੍ਹਦਾ ਹੁਣ ਮੱਛੀ ਦੀ ਤਰ੍ਹਾਂ ਪਿਆਰ ਕਰ ਪਰਮਾਤਮਾ ਨੂੰ। ਜੇ ਪਹਿਲਾਂ ਨਹੀਂ ਭਜਨ ਬੰਦਗੀ ਕੀਤੀ, ਚਲ ਹੁਣ ਕਰ ਲੈ, ਕੋਈ ਗੱਲ ਨਹੀਂ। ਬਾਣੀ ਨੇ ਨਿਰਾਸ਼ ਨਹੀਂ ਕੀਤਾ ਬੰਦੇ ਨੂੰ। ਨਹੀਂ ਤਾਂ ਗੁਰਬਾਣੀ ਕਹਿੰਦੀ ਕਿ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਵੀਮਾਨ। ਗੁਰਬਾਣੀ ਦਾ ਇਹ ਵਿਚਾਰ ਹੈ ਕਿ ਬਚਪਨ, ਜਵਾਨੀ ਤੇ ਬੁਢੇਪਾ, ਇਹ ਤਿੰਨੇ ਅਵਸਥਾ 'ਚ ਨਾਮ ਜਪਣਾ ਚਾਹੀਦਾ, ਕਿਉਂਕਿ ਮੌਤ ਦਾ ਪਤਾ ਨਹੀਂ, ਬਚਪਨ ਵਿੱਚ ਹੀ ਆ ਜਾਏ, ਜਵਾਨੀ ਵਿੱਚ ਆ ਜਾਏ, ਬੁਢੇਪੇ ਵਿੱਚ ਆ ਜਾਏ, ਕਿਸੇ ਨੂੰ ਨਹੀਂ ਪਤਾ। ਇਸ ਕਰਕੇ ਬਾਣੀ ਕਹਿੰਦੀ ਹੈ ਵੀ ਤੂੰ ਪਰਮਾਤਮਾ ਦੇ ਨਾਮ ਨੂੰ ਜਪ, ਜੀਵਨ ਅਜਾਈ ਨਾ ਚਲਾ ਜਾਏ, ਕਿਤੇ ਜੀਵਨ ਤੇਰਾ ਵਿਅਰਥ ਨਾ ਚਲਾ ਜਾਏ। ਇਹ ਗੱਲ ਦੇ ਉੱਤੇ ਜ਼ੋਰ ਦਿੱਤਾ ਬਾਬਾ ਫਰੀਦ ਜੀ। ਫਿਰ ਕਹਿਣ ਲੱਗੇ ਫਰੀਦ ਜੀ, ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ। ਹੇ ਫਰੀਦ, ਇਹ ਭੋਕਣਾ ਸਰੀਰ ਵਿਸੇ ਵਿਕਾਰਾਂ ਵਿੱਚ ਪੈ ਪੈ ਕੇ ਡਾਢਾ ਮਾੜਾ ਹੋ ਗਿਆ ਹੈ। ਤਨ ਸੁੱਕਾ, ਤਨ ਜਿਹੜਾ ਸੁੱਕ ਗਿਆ, ਬਿਲਕੁਲ ਕਮਜ਼ੋਰ ਹੋ ਗਿਆ, ਲਿੱਸਾ ਪੈ ਗਿਆ ਬਿਲਕੁਲ। ਪਿੰਜਰ ਥੀਆ, ਪਿੰਜਰ ਦਾ ਅਰਥ ਹੈ ਹੱਡੀਆਂ ਦਾ ਢਾਂਚਾ ਰਹਿ ਗਿਆ। ਪਿੰਜਰ ਦਾ ਅਰਥ ਹੈ ਜਿਹੜਾ ਬਿਲਕੁਲ ਢਾਂਚਾ ਜਿਹਾ ਰਹਿ ਜਾਏ, ਬਸ ਮਾਸ ਰਵੇ ਹੀ ਨਾ, ਸਿਰਫ ਦੇਖਣ ਨੂੰ ਸਿਰਫ ਹੱਡੀਆਂ ਦਾ ਢਾਂਚਾ ਹੀ ਰਹਿ ਗਿਆ। ਬਾਬਾ ਫਰੀਦ ਜੀ ਕਹਿੰਦੇ ਨੇ, ਕਿਉਂਕਿ ਹੁਣ ਤਾਂ ਸਾਰੇ ਸਰੀਰ 'ਚ ਹੱਡੀਆਂ ਹੀ ਹੱਡੀਆਂ ਨਜ਼ਰ ਆਉਂਦੀਆਂ ਨੇ। ਇਹ ਅਵਸਥਾ ਆ ਗਈ ਹੈ ਕਿਉਂਕਿ ਮਾਸ ਜਿਹੜਾ ਹੈ ਉਹ ਸੁੱਕ ਗਿਆ, ਤਨ ਜਿਹੜਾ ਹੈ ਉਹ ਬਿਲਕੁਲ ਲਿੱਸਾ ਹੋ ਗਿਆ, ਕਮਜ਼ੋਰ ਹੋ ਗਿਆ, ਤੇ ਇਹ ਹੱਡੀਆਂ ਦਾ ਢਾਂਚਾ ਹੋ ਗਿਆ। ਥੀਆ ਦਾ ਅਰਥ ਹੋ ਗਿਆ। ਤਲੀਆਂ ਖੁੰਡੈ ਕਾਗ, ਆਖਣ ਲੱਗੇ ਫਿਰ ਵੀ ਇਹ ਕਾਂ ਇਸ ਦੀ ਤਲੀਆਂ ਨੂੰ ਠੁੰਗੇ ਮਾਰੀ ਜਾ ਰਹੇ ਹਨ। ਇੱਥੇ ਕਾਗ ਦਾ ਅਰਥ ਹੈ ਦੁਨਿਆਵੀ ਪਦਾਰਥਾਂ ਦੇ ਚਸਕੇ, ਵਿਸ਼ੇ ਵਿਕਾਰ ਇਸ ਦੇ ਮਨ ਨੂੰ ਚੋਭਾ ਲਾਈ ਜਾ ਰਹੇ ਹਨ। ਅਜੇ ਵੀ ਵਿਸ਼ੇ ਵਿਕਾਰ ਦਾ ਪਿੱਛਾ ਨਹੀਂ ਛੁੱਟ ਰਿਹਾ। ਇਹ ਵਿਸ਼ੇ ਵਿਕਾਰੀ ਰੂਪੀ ਜਿਹੜੇ ਕਾਂ ਨੇ ਨਾ, ਅਜੇ ਵੀ ਇਸ ਨੂੰ ਠੁੰਗਾ ਮਾਰ ਰਹੇ ਹਨ, ਮਨ ਨੂੰ ਚੋਭਾ ਲਾਈ ਜਾ ਰਹੇ ਹਨ। ਕਿਉਂਕਿ ਅਜੇ ਵੀ ਵਿਕਾਰ ਪਿੱਛਾ ਨਹੀਂ ਛੱਡਦੇ। ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ, ਵਿਕਾਰ ਹੋਰ ਵੱਧਦੇ ਜਾਂਦੇ ਨੇ, ਵਾਸਨਾਵਾਂ ਹੋਰ ਵੱਧੀਆਂ ਜਾਂਦੀਆਂ ਨੇ, ਮੋਹ ਹੋਰ ਵੱਧਦਾ ਜਾਂਦਾ ਹੈ। ਹੁਣ ਤੇ ਕਿਤੇ ਸਰੀਰ ਦੀ ਇਹ ਹਾਲਤ ਹੋ ਗਈ, ਕਿਤੇ ਮੋਹ ਕੱਟੇ ਪਰ ਘਟਦਾ ਕੋਈ ਨਹੀਂ। ਬਾਬਾ ਫਰੀਦ ਜੀ ਆਖ ਰਹੇ ਨੇ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਗੱਲ ਸਾਡੇ ਸਾਹਮਣੇ ਰੱਖੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ। ਸਿਮਰਨ ਤੋਂ ਬਿਨਾਂ ਜੋ ਜੀਵਨ ਬਤੀਤ ਕਰਨਾ ਹੈ ਨਾ, ਉਹ ਸਰਬ ਜੈਸੇ ਅਰਜਾਰੀ ਹੈ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ। ਬੰਦਾ ਧਰਤੀ ਨੂੰ ਹਾਰ ਕੇ ਚਲਾ ਜਾਂਦਾ। ਇਸ ਕਰਕੇ ਬਾਬਾ ਜੀ ਕਹਿੰਦੇ ਨੇ ਵੀ ਇਹ ਸਰੀਰ ਜਿਹੜਾ ਨਾ ਉਹ ਲਿੱਸਾ ਹੋ ਗਿਆ, ਕਮਜ਼ੋਰ ਹੋ ਗਿਆ, ਮਾੜਾ ਹੋ ਗਿਆ, ਤੇ ਹੱਡੀਆਂ ਦਾ ਢਾਂਚਾ ਰਹਿ ਗਿਆ ਕੇਵਲ। ਪਿੰਜਰ ਥੀਆ, ਤੇ ਜਿਹੜੇ ਇਹ ਨਾ ਕਾਂ ਜਿਹੜੇ ਨੇ, ਇਸ ਦੀਆਂ ਤਲੀਆਂ ਨੂੰ ਠੁੰਗੀ ਮਾਰੀ ਜਾ ਰਹੇ ਹਨ, ਠੁੰਗੇ ਮਾਰੀ ਜਾ ਰਹੇ ਹਨ ਬਾਰ ਬਾਰ। ਭਾਵ ਦੁਨਿਆਵੀ ਪਦਾਰਥ ਦੇ ਚਸਕੇ, ਵਿਸ਼ੇ ਵਿਕਾਰ ਜਿਹੜੇ ਨੇ ਉਹ ਇਸਦੇ ਮਨ ਨੂੰ ਚੋਭਾ ਲਾਈ ਜਾਂਦੇ ਹਨ। ਮਨ ਨੂੰ ਅਜੇ ਕਹਿੰਦੇ ਨੇ, ਭਾਵੇਂ ਸਰੀਰ ਹੁਣ ਇਸ ਵਿਕਾਰ ਜੋਗਾ ਨਹੀਂ ਰਿਹਾ, ਪਰ ਮਨ ਅਜੇ ਵੀ ਕਹੀ ਜਾਂਦਾ ਹੈ। ਗੁਸਤਾਖੀ ਮੁਆਫ, ਐਸੇ ਐਸੇ ਬੰਦੇ ਦਾਸ ਨੇ ਦੇਖੇ ਨੇ ਕਿ 70 ਸਾਲ ਉਮਰ ਹੋ ਗਈ, ਉਹ ਐਸੀ ਐਸੀ ਚੀਜ਼ਾਂ YouTube ਤੇ ਵੇਖਦੇ ਨੇ, ਦੇਖ ਕੇ ਸ਼ਰਮ ਆਉਂਦੀ ਹੈ। ਮੈਂ ਇੱਕ ਬੰਦੇ ਨੂੰ ਕਿਹਾ ਵੀ ਤੂੰ ਕਿਸ ਪਾਸੇ ਤੁਰਿਆ ਹੋਇਆ? ਕਹਿੰਦੇ ਪਹਿਲਾਂ ਦੇਖਣ ਦਾ ਕਦੇ ਮੌਕਾ ਹੀ ਨਹੀਂ ਮਿਲਿਆ। ਮੈਂ ਕਿ ਹੁਣ 70 ਸਾਲ ਦੀ ਉਮਰ ਦੇ ਵਿੱਚ ਇਹ ਬੰਦਿਆਂ ਦੀ ਹਾਲਤ ਹੈ। ਇਹ ਇਹਨਾਂ ਵਿਕਾਰਾਂ ਦੀ ਐਸੀ ਹਾਲਤ ਹੈ ਕਿ ਵਿਕਾਰ ਸਰੀਰ ਕਰਨ ਜੋਗਾ ਕੱਖ ਨਹੀਂ ਰਿਹਾ। ਸਰੀਰ ਕਿਸੇ ਜੋਗਾ ਨਹੀਂ, ਕਿਸੇ ਵਾਸਨਾ ਨੂੰ ਹੁਣ ਪੂਰੀ ਨਹੀਂ ਕਰ ਸਕਦਾ। ਪਰ ਮਨ ਅਜੇ ਵੀ ਜੋ ਉਸ ਵਾਸਨਾਵਾਂ ਵਿੱਚ ਦੌੜ ਰਿਹਾ, ਮਨ ਅਜੇ ਵੀ ਚਸਕੇ ਲੈ ਰਿਹਾ ਅੰਦਰ ਉਹਨਾਂ ਚੀਜ਼ਾਂ ਨੂੰ ਦੇਖ ਕੇ, ਚੀਜ਼ਾਂ, ਵਿਕਾਰਾਂ ਵਾਲੀਆਂ ਚੀਜ਼ਾਂ, ਵਾਸਨਾਵਾਂ ਵਾਲੀਆਂ ਚੀਜ਼ਾਂ, ਉਹਨਾਂ ਵਿੱਚ ਲੱਗਿਆ ਹੋਇਆ। ਬਹੁਤ ਸਾਰੇ ਬੰਦੇ ਐਸੇ ਦੇਖਣ ਨੂੰ ਮਿਲ ਜਾਂਦੇ। ਕੋਲ ਬੈਠੀਏ ਨਾ, ਕਈ ਵਾਰੀ ਦਾਸ, ਕਿਉਂਕਿ ਮੇਰਾ ਸਬਜੈਕਟ ਕਥਾ ਕਰਨ ਦਾ ਹੁੰਦਾ, ਤੇ ਕਈ ਵਾਰੀ ਬਜ਼ੁਰਗਾਂ ਕੋਲ ਬੈਠੀ ਦਾ, ਤੇ ਆਸ ਹੁੰਦੀ ਵੀ ਕੋਈ ਚੰਗੀ ਵਿਚਾਰ ਇਹ ਬਖਸ਼ਣਗੇ, ਕੋਈ ਐਸੀ ਵਿਚਾਰ ਇਹਨਾਂ ਕੋਲੋਂ ਪ੍ਰਾਪਤ ਹੋਏਗੀ ਜੋ ਅਸੀਂ ਇਹਨਾਂ ਦਾ ਅਨੁਭਵ ਲੈ ਕੇ ਜੀਵਨ ਵਿੱਚ ਚੰਗਿਆਈ ਲੈ ਸਕਦੇ। ਤੇ ਕਈ ਵਾਰੀ ਉਹਨਾਂ ਦੇ ਵਿੱਚੋਂ ਉਹ ਵਿਕਾਰਾਂ ਦੀਆਂ, ਵਾਸਨਾਵਾਂ ਦੀਆਂ ਗੱਲਾਂ ਕਰਦੇ, ਜਾਂ ਤਾਂ ਜੋ ਅਖਬਾਰ ਪੇਪਰ ਦੀਆਂ ਗੱਲਾਂ, ਜਾਂ ਫਿਰ ਵਾਸਨਾਵਾਂ ਦੀਆਂ, ਫਲਾਣੇ ਨੇ ਇਹ ਕੀਤਾ, ਉਸਨੇ ਇਹ ਕੀਤਾ, ਇਹ ਹੋ ਗਿਆ। ਉਹਨਾਂ ਨੂੰ ਪੁੱਛੋ, ਭਾਈ ਹੁਣ ਤੇ ਤੁਸੀਂ ਵਾਸਨਾਵਾਂ, ਹੁਣ ਤਾਂ ਇੱਕ ਕਿਨਾਰੇ ਤੇ ਪਹੁੰਚੇ ਹੋ, ਹੁਣ ਤੇ ਇਹ ਵਾਸਨਾਵਾਂ ਦੀਆਂ ਗੱਲਾਂ ਛੱਡ ਦਿਓ।
ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਮਨ ਅਜੇ ਵੀ ਵਿਕਾਰਾਂ ਨੂੰ ਵਾਲੇ ਪਾਸੇ ਨੂੰ ਖਿੱਚੀ ਜਾਂਦਾ ਹੈ। ਤਲੀਆਂ ਕੁੰਡੈ ਕਾਗ ਖੁੰਡੈ ਕਾਗ, ਵੀ ਇਹ ਜਿਹੜਾ ਕਾਂ ਹੈ ਨਾ, ਇਹ ਅਜੇ ਤਲੀਆਂ ਨੂੰ ਠੁੰਗੀ ਮਾਰੀ ਜਾ ਰਹੇ ਹਨ, ਭਾਵ ਕਿ ਇਹ ਦੁਨਿਆਵੀ ਪਦਾਰਥ ਚਸਕੇ ਵਿਸੈ ਵਿਕਾਰ ਜਿਹੜੇ ਨੇ ਮਨ ਨੂੰ ਚੋਬਾ ਲਾਈ ਜਾ ਰਹੇ ਹਨ। ਸੰਤੋਖ ਨਹੀਂ ਆਇਆ ਜੀ ਵੀ। ਜੋ ਅੱਜ ਦਾ ਪਾਵਨ ਮੁਖਵਾਕ ਗੁਰੂ ਸਾਹਿਬ ਨੇ ਬਖਸ਼ਿਆ, ਉਸ ਦੇ ਵਿੱਚ ਮਹਾਰਾਜ ਨੇ ਬਚਨ ਕੀਤੇ, ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਵਿਹਾਨੀ ਅਬਦੈ ਤਾਂ ਮੈਂ ਸੰਤੋਖ ਨ ਪਾਇਆ, ਹਸਤ ਰਥ ਅਸਬ ਪਵਨ ਤੇਜ ਧਨੀ ਪੁਹਮਨ ਚਤਰਾਂਗਾ, ਸੰਗ ਨਾ ਚਾਲਿਓ ਇਨਮੈ ਕਛਵੈ ਊਟ ਸਿਧਾਇਓ ਨਾਂਗਾ। ਫਿਰ ਵੀ ਬੰਦੇ ਨੂੰ ਸਮਝ ਨਹੀਂ ਆਈ। ਤੇ ਅਗਲੇ ਬਚਨ ਕੀਤੇ ਬਾਬਾ ਸਾਹਿਬ ਜੀ ਨੇ, ਅਜੈ ਸੋ ਰਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਆਖਣ ਲਗੇ ਵੇਖੋ, ਵਿਕਾਰਾਂ ਵਿੱਚ ਪਏ ਮਨੁੱਖ ਦੀ ਕਿਸਮਤ ਵੀ ਅਜੀਬ ਹੈ ਕਿ ਅਜੇ ਵੀ ਜਦੋਂ ਕਿ ਸਰੀਰ ਦਾ ਦੁਨੀਆ ਦੇ ਵਿਸੇ ਭੋਗ ਭੋਗ ਕੇ ਆਪਣੀ ਸੱਤਿਆ ਗਵਾ ਬੈਠਾ ਸਰੀਰ, ਹੁਣ ਅੱਖਾਂ ਦੀ ਜੋਤ ਘਟ ਗਈ, ਕੰਨਾਂ ਦੀ ਸੁਣਨ ਦੀ ਸ਼ਕਤੀ ਘਟ ਗਈ, ਇਸ ਸਾਰੇ ਸਰੀਰ ਦੇ ਗਿਆਨ ਇੰਦਰੀ ਤੇ ਕਰਮ ਇੰਦਰੀਆਂ ਦੀ ਸੱਤਾ ਖਤਮ ਹੋ ਗਈ। ਇਹ ਸਭ ਕੁਝ ਕਹਿੰਦੇ ਗਵਾ ਬੈਠਾ ਹੁਣ, ਸਰੀਰ 'ਚ ਸੱਤਾ ਨਹੀਂ। ਹਾਲਤ ਐਸੀ ਹੋ ਗਈ ਕਿ ਨੈਨੂ ਨੀਂਦ ਨੀਰ ਪਹਿ ਤਨ ਖੀਨਾ ਪਹਿ ਕੇਸ ਦੁੱਧ ਬਾਣੀ, ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਣੀ। ਰਾਮ ਰਾਏ ਹੋਏ ਵੈਦ ਵਨਵਾਨੀ ਆਪਣੇ ਸੰਤੈ ਲੇਹੂ ਉਬਾਰੀ, ਮਾਥੈ ਪੀਰ ਸਰੀਰ ਜਨ ਹੈ ਕਰਕ ਕਰੇ ਜੇ ਮਾਹੀ, ਐਸੀ ਵੇਦਨ ਉਪਜ ਖਰੀ ਵਈ ਵਾਕਾ ਔਖਦ ਨਾਹੀ। ਜਿਹਦੀ ਹੁਣ ਕੋਈ ਦਵਾਈ ਨਹੀਂ ਹੈ, ਸਰੀਰ ਐਡਾ ਕਮਜ਼ੋਰ ਹੋ ਗਿਆ, ਬੁਢੇਪਾ ਆ ਗਿਆ। ਇਹ ਸਾਰੇ ਸਰੀਰ ਦੇ ਜਿਹੜੇ ਇੰਦਰੇ ਸਨ ਨਾ, ਇਹਨਾਂ ਦੀ ਸੱਤਿਆ ਖਤਮ ਹੋ ਗਈ। ਅੱਖਾਂ ਦੇਖਣ ਜੋਗੀਆਂ ਨਹੀਂ ਰਹੀਆਂ, ਕੰਨ ਸੁਣਨ ਜੋਗੇ ਨਹੀਂ ਰਹੇ, ਰਸਨਾ ਜਿਹੜੀ ਹੈ ਉਹ ਸਵਾਦ ਪੂਰਾ ਨਹੀਂ ਦੱਸ ਪਾ ਰਹੀ, ਨਗ ਪੂਰਾ ਜੋ ਸੁਗੰਧੀ ਲੈ ਕੇ ਅਨੁਭਵ ਤੇ ਜਾਚ ਨਹੀਂ ਦੱਸ ਪਾ ਰਿਹਾ, ਪੈਰਾਂ ਕੋਲੋਂ ਤੁਰਿਆ ਨਹੀਂ ਜਾਂਦਾ, ਇਹ ਕਮਜ਼ੋਰ ਹੋ ਗਏ ਨੇ, ਹੱਥ ਗਿਲਾਸ ਫੜਦੇ ਨੇ ਤੇ ਕੰਬਦੇ ਨੇ। ਬਾਬਾ ਫਰੀਦ ਜੀ ਕਹਿੰਦੇ ਹਾਲਤ ਦੇਖੋ, ਅਜੈ ਸੋ ਰਬ ਨਾ ਬੋਹੜਿਓ ਦੇਖ ਬੰਦੇ ਕੇ ਭਾਗ। ਵੇਖੋ ਵਿਕਾਰਾਂ ਵਿੱਚ ਪਏ ਮਨੁੱਖ ਦੀ ਕਿਸਮਤ ਵੀ ਅਜੀਬ ਹੈ। ਅਜੇ ਵੀ ਕਹਿੰਦੇ ਨੇ ਰੱਬ ਇਸ ਉੱਤੇ ਟੁੱਟਾ ਨਹੀਂ, ਅਜੇ ਵੀ ਰੱਬ ਦੀ ਕਿਰਪਾ ਹੋਈ। ਬੋਹੜਿਓ ਦਾ ਅਰਥ ਹੈ ਕਿ ਪਰਮਾਤਮਾ ਨੇ ਤਰਸ ਨਹੀਂ ਕੀਤਾ, ਪਰਮਾਤਮਾ ਟੁੱਟਾ ਨਹੀਂ, ਪਰਮਾਤਮਾ ਦੀ ਅਜੇ ਵੀ ਕਿਰਪਾ ਨਹੀਂ ਹੋਈ। ਕਹਿੰਦੇ ਨੇ ਇਹ ਮਨੁੱਖ ਦੀ ਕਿਸਮਤ ਵੀ ਅਜੀਬ ਤਰ੍ਹਾਂ ਦੀ ਹੈ ਕਿ ਵਿਕਾਰ ਭੋਗ ਭੋਗ ਕੇ ਇਹਦੇ ਸਰੀਰ ਦੀ ਸੱਤਾ ਤਾਂ ਚਲੀ ਗਈ ਹੈ, ਪਰ ਅਜੇ ਵੀ ਰੱਬ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ, ਕਿਉਂਕਿ ਦੀ ਝਾਕ ਮਿਟੀ ਨਹੀਂ ਹੈ। ਸੱਚ ਜਾਣਨਾ, ਜੀਵਨ ਵਿੱਚੋਂ ਜੇ ਪਦਾਰਥਾਂ ਦੀ ਝਾਕ, ਪਦਾਰਥਾਂ ਦੇ ਚਸਕੇ, ਵਾਸਨਾਵਾਂ ਮਿਟ ਜਾਣ ਤਾਂ ਸਮਝ ਲਓ ਪਰਮਾਤਮਾ ਦੀ ਕਿਰਪਾ ਦੇ ਪਾਤਰ ਹੋ ਗਏ। ਬਸ ਇਹ ਸਮਝ ਲੈਣਾ ਜੀਵਨ ਦੇ ਵਿੱਚ। ਜੇ ਸਾਡੇ ਜੀਵਨ ਵਿੱਚੋਂ ਇਹ ਵਾਸਨਾਵਾਂ ਮੁੱਕ ਗਈਆਂ ਨੇ, ਸਮਝ ਲਓ ਰੱਬ ਦੀ ਪੂਰਨ ਕਿਰਪਾ ਦੇ ਪਾਤਰ ਬਣ ਗਏ, ਰੱਬ ਦੀ ਪੂਰੀ ਬਖਸ਼ਿਸ਼ ਹੋ ਗਈ ਹੈ। ਫਿਰ ਕਹਿ ਸਕਦੇ ਕਿ ਰੱਬ ਦੀ ਕਿਰਪਾ ਦੇ ਪਾਤਰ ਅਸੀਂ ਬਣ ਗਏ। ਪਰ ਜੇ ਅਜੇ ਵਾਸਨਾਵਾਂ ਨੇ, ਅਜੇ ਵਿਕਾਰ ਨੇ, ਅਜੇ ਸੰਸਾਰ ਦੇ ਰੂਪ ਰੰਗ ਦੀਆਂ ਇਹ ਵਾਸਨਾਵਾਂ ਅੰਦਰ ਚੱਲ ਰਹੀਆਂ ਨੇ ਨਾ, ਤੇ ਅਜੇ ਵੀ ਸੰਸਾਰ ਦੇ ਪਦਾਰਥਾਂ ਦੀ ਝਾਕ ਲੱਗੀ ਹੋਈ ਹੈ, ਤੇ ਸਮਝ ਲਓ ਕਿ ਅਜੇ ਵੀ ਅਸੀਂ ਰੱਬ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕੇ। ਆਓ ਕਿ ਕਿਤਨੇ ਮਾੜੇ ਕੰਮ ਹੋਣਗੇ ਸਾਡੇ ਕਿ ਇਸ ਉਮਰ ਵਿੱਚ ਆ ਕੇ ਵੀ ਰੱਬ ਟੁੱਟਿਆ ਨਹੀਂ ਸਾਡੇ ਤੇ, ਰੱਬ ਨੇ ਆਪਣੀ ਬਖਸ਼ਿਸ਼ ਨਹੀਂ ਕੀਤੀ, ਵਾਹਿਗੁਰੂ ਨੇ ਆਪਣੀ ਰਹਿਮਤ ਨਹੀਂ ਕੀਤੀ। ਉਹਦੀ ਬਖਸ਼ਿਸ਼ ਦਾ ਅਰਥ ਹੀ ਇਹ ਹੈ ਕਿ ਜੀਵਨ ਵਿੱਚੋਂ ਵਾਸਨਾਵਾਂ ਮੁੱਕ ਜਾਣੀਆਂ, ਵਿਕਾਰ ਮਿਟ ਜਾਣੇ, ਪਰਮਾਤਮਾ ਦੇ ਨਾਮ ਦਾ ਰਸ ਆ ਜਾਣਾ, ਜਿਸ ਨੂੰ ਮਹਾਰਾਜ ਕਹਿੰਦੇ ਨੇ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸੰਚੈ ਸੁਦਾ ਸੰਜੋਰ, ਇਆਂ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆਤੇ ਤੋਰ। ਜੇ ਉਹਦੀ ਕਿਰਪਾ ਹੋ ਗਈ ਨਾ ਤੇ ਨਾਮ ਦਾ ਰਸ ਮਿਲ ਜਾਣਾ, ਤੇ ਮਾਂ ਵਖਿਆ ਨਾਲੋਂ ਸੰਬੰਧ ਟੁੱਟ ਜਾਣੇ। ਉਹਦੀ ਕਿਰਪਾ ਤੋਂ ਬਿਨਾਂ ਨਹੀਂ ਟੁੱਟਣੇ, ਕਿਉਂਕਿ ਵਿਖੇ ਬਨ ਫਿੱਕਾ ਤਿਆਗ ਸਕੀਏ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜਗੀ ਸਗਲੀ ਸੁਖੀ ਨਾ ਹੋ ਵੱਜੀਓ। ਜੇ ਰਸ ਨਹੀਂ ਚੱਖਾਂਗੇ ਤੇ ਸਾਰੀ ਉਮਰ ਬਤੀਤ ਹੋ ਜਾਏਗੀ, ਪਰ ਸੱਚ ਜਾਣਨਾ ਜੀਵਨ ਵਿੱਚੋਂ ਖੇੜਾ ਨਹੀਂ ਬਣੇਗਾ।
ਕਿਉਂਕਿ ਇਤਨੇ ਮੰਦੇ ਭਾਗ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਅਜੇ ਵੀ ਰੱਬ ਦੀ ਕਿਰਪਾ ਨਹੀਂ ਹੋਈ, ਅਜੇ ਵੀ ਇਤਨੇ ਮੰਦੇ ਕੰਮ ਨੇ। ਗੁਰੂ ਕਿਰਪਾ ਕਰੇ ਕਿਤੇ ਚੰਗੇ ਕੰਮ ਕਰੀਏ, ਕਿਉਂਕਿ ਚੰਗੇ ਕੰਮ ਕਰਕੇ ਹੀ ਪਰਮਾਤਮਾ ਦੀ ਕਿਰਪਾ ਮਿਲਦੀ ਹੈ। ਮੰਦੇ ਕੰਮਾਂ ਵਿੱਚ ਰਿਹਾ ਪਰਮਾਤਮਾ ਦੀ ਕਿਰਪਾ, ਉਸਦੀ ਬਖਸ਼ਿਸ਼ ਤੋਂ ਵਾਂਝੇ ਰਹਿ ਜਾਈਦਾ ਔਰ ਉਸਦੀ ਕਿਰਪਾ ਨਾਲ ਹੀ ਖੇਡ ਬਣਨੀ ਹੈ। ਇੱਕ ਬੜਾ ਪਿਆਰਾ ਵਚਨ ਕਹਿ ਕੇ ਸਮਾਪਤੀ ਕਰਾਂ। ਮਹਾਰਾਜ ਕਹਿੰਦੇ ਸਤਿਗੁਰ ਸਦਾ ਦਿਆਲ ਹੈ ਭਾਈ। ਸਤਿਗੁਰ ਸਾਰੇ ਤੇ ਦਿਆਲੂ ਹੈ। ਸਤਿਗੁਰ ਕਿਸੇ ਨਾਲ ਕੋਈ ਘਿਰਨਾ ਨਹੀਂ ਕਰਦਾ, ਨਫ਼ਰਤ ਨਹੀਂ ਕਰਦਾ, ਛੋਟਾ ਵੱਡਾ ਅਮੀਰ ਗਰੀਬ ਨਹੀਂ ਦੇਖਦਾ। ਇਹ ਖਿਆਲ ਕਰਨਾ ਜੀਵਨ ਦੇ ਵਿੱਚ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਪਰ ਪਿਆਰ ਵੱਲ ਸੱਚ ਜਾਣਨਾ, ਚੰਗੇ ਭਾਗਾਂ ਤੋਂ ਬਿਨਾਂ ਕੀ ਪ੍ਰਾਪਤ ਹੁੰਦਾ ਹੈ। ਕਿਉਂਕਿ ਆਪਣੇ ਭਾਗ ਚੰਗੇ ਬਣਾਉਣੇ ਪੈਣੇ ਨੇ। ਉਹ ਦਿਆਲੂ ਹੈ। ਭਾਗ ਨੂੰ ਮੈਂ ਇਸ ਤਰ੍ਹਾਂ ਸਮਝਣਾ, ਤੁਸੀਂ ਵੀ ਸਮਝ ਲੈਣਾ ਕਿ ਭਾਗ ਸਾਡੀ ਪਾਤਰਤਾ ਹੈ, ਭਾਂਡਾ ਸਾਡਾ। ਜਿਵੇਂ ਇੱਕ ਮਾਈ ਦੀ ਮੈਂ ਗਾਥਾ ਪੜ੍ਹ ਰਿਹਾ ਕਿ ਉਹ ਸਮੁੰਦਰ ਦੇ ਕਿਨਾਰੇ ਬੈਠੀ ਹੈ ਤੇ ਰੋਈ ਜਾ ਰਹੀ ਹੈ। ਕਿਸੇ ਸਿਆਣੇ ਨੇ ਪੁੱਛਿਆ ਮਾਈ ਰੋਂਦੀ ਕਿਉਂ ਹੈ? ਆਖਣ ਲੱਗੀ, ਕਹਿੰਦੇ ਮੈਂ ਰੋਂਦੀ ਤਾਂ ਹਾਂ ਕਿ ਸਮੁੰਦਰ ਨੇ ਮੇਰੀਆਂ ਸਹੇਲੀਆਂ ਦੇ 4-4 ਘੜੇ ਭਰ ਦਿੱਤੇ ਤੇ ਮੈਨੂੰ ਸਿਰਫ ਇੱਕ ਗੜਵੀ ਪਾਣੀ ਦਿੱਤਾ। ਵੀ ਉਹਨਾਂ ਦੇ ਉੱਤੇ ਇਤਨੀ ਕਿਰਪਾ ਹੋ ਗਈ ਤੇ ਮੇਰੇ ਉੱਤੇ ਇਤਨੀ ਕਿਰਪਾ ਹੋਈ ਹੈ, ਮੈਨੂੰ ਇੱਕ ਗੜਵੀ ਪਾਣੀ। ਉਹ ਸਿਆਣਾ ਕਹਿਣ ਲੱਗਾ, ਦੇਖ ਮਾਈ ਸਮੁੰਦਰ ਦੀ ਇਹਦੇ ਵਿੱਚ ਘਾਟ ਨਹੀਂ, ਤੇਰੇ ਕੋਲ ਪਾਤਰ ਹੀ ਛੋਟਾ ਹੈ। ਤੂੰ ਵੀ 4 ਘੜੇ ਲਿਆ, ਇਹ 4 ਘੜੇ ਭਰ ਦੇਵੇਗਾ। ਇਹ ਭਾਗ ਨੇ। ਭਾਵ ਕਿ ਮਨੁੱਖ ਨੇ ਐਸੇ ਕਰਮ ਕਰਨੇ ਨੇ ਜਿਹਦੇ ਨਾਲ ਉਹਦੀ ਪਾਤਰਤਾ ਵੱਧ ਜਾਏ, ਰੱਬ ਉਸਦੇ ਉੱਤੇ ਕਿਰਪਾ ਕਰਨੀ ਚਾਹੇ ਤੇ ਕਰ ਸਕੇ, ਉਹਦੇ ਕੋਲ ਭਾਂਡਾ ਹੋਵੇ ਸੰਭਾਲਣ ਦਾ। ਸਿਆਣੇ ਭਾਈ ਗੁਰਦਾਸ ਨੇ ਲਿਖਿਆ ਵੀ ਸ਼ੇਰਨੀ ਦਾ ਜਿਹੜਾ ਦੁੱਧ ਹੈ ਨਾ, ਸੋਨੇ ਦੇ ਭਾਂਡੇ ਟਿਕਦਾ। ਸੋਨੇ ਦਾ ਨਾ ਭਾਂਡਾ ਹੋਏਗਾ, ਨਾ ਸ਼ੇਰਨੀ ਦਾ ਦੁੱਧ ਟਿਕੇਗਾ, ਨਾ ਕਿਰਪਾ ਹੋਏਗੀ। ਰੱਬ ਦੀ ਕਿਰਪਾ ਟਿਕੇਗੀ ਉੱਥੇ ਜਿੱਥੇ ਉਹ ਸਿਆਣੇ ਕਹਿੰਦੇ ਸਨ ਨਾ ਵੀ ਗੰਜੇ ਨੂੰ ਨੂੰਹ ਦੇ ਦਿੱਤੇ ਤੇ ਉਸਨੇ ਆਪਣਾ ਸਿਰ ਹੀ ਪੁੱਟ ਲਿਆ। ਪਾਤਰਤਾ ਨਹੀਂ ਨਾ ਹੈ ਤਾਂ ਜੇ ਕਿਸੇ ਬੰਦੇ ਨੂੰ ਕੋਈ ਪਰਮਾਤਮਾ ਕੋਈ ਗੁਣ ਦੇ ਦੇਵੇ, ਕੋਈ ਦਾਤ ਦੇ ਦੇਵੇ, ਉਹਦੇ ਕੋਲ ਸੰਭਾਲੀ ਨਹੀਂ ਜਾਣੀ। ਪਾਤਰਤਾ ਚਾਹੀਦੀ ਹੈ। ਇਸ ਕਰਕੇ ਉਹ ਮਾਈ ਰੋ ਰਹੀ ਸੀ। ਸਿਆਣੇ ਨੇ ਕਿਹਾ ਮਾਈ ਤੂੰ ਵੀ 4 ਘੜੇ ਲਿਆ, ਸਮੁੰਦਰ ਨੇ 4 ਭਰ ਦੇਣੇ ਨੇ, ਤੇਰੇ ਕੋਲ ਇੱਕ ਗੜਵੀ ਹੈ ਤੇ ਇਹ ਗੜਵੀ ਪਾਣੀ ਸਮੁੰਦਰ ਵਿੱਚੋਂ ਪ੍ਰਾਪਤ ਹੋਣਾ ਹੈ। ਆਓ ਕਿ ਤੇਰਾ ਦੋਸ਼ ਹੈ, ਸਮੁੰਦਰ ਦਾ ਨਹੀਂ ਹੈ, ਪਰਮਾਤਮਾ ਦਾ ਦੋਸ਼ ਨਹੀਂ। ਭਾਗ ਸਾਡੇ ਚੰਗੇ ਨਹੀਂ, ਸਾਡੇ ਪਾਤਰਤਾ ਵਾਲੇ ਭਾਗ ਨੇ ਵੀ ਰੱਬ ਪਾਣਾ ਚਾਹੁੰਦਾ ਹੈ, ਪਰ ਸਾਡੇ ਕੋਲ ਉਹ ਭਾਂਡਾ ਹੀ ਨਹੀਂ ਹੈ। ਤੇ ਭਾਂਡਾ ਕਿਵੇਂ ਬਣਾਈਏ? ਹੁਣ ਤੁਸੀਂ ਸਾਰੇ ਕਹੋ ਵੀ ਭਾਂਡਾ ਕਿੱਦਾਂ ਬਣਨਾ? ਫਿਰ ਮਹਾਰਾਜ ਕਹਿੰਦੇ ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉੱਪਰ। ਉਹ ਸਾਰਿਆਂ ਦੇ ਉੱਤੇ ਇੱਕੋ ਜਿਹੀ ਕਿਰਪਾ ਕਰ ਰਿਹਾ। ਸੂਰਜ ਦੀਆਂ ਕਰਨਾਂ ਸਾਰਿਆਂ ਵਾਸਤੇ ਇੱਕੋ ਜਿਹੀਆਂ ਨੇ, ਪਰ ਕੋਈ ਬੰਦਾ ਆਖੇ ਵੀ ਸੂਰਜ ਮੇਰੇ ਘਰ ਦੇ ਵਿੱਚ ਰੋਸ਼ਨੀ ਨਹੀਂ ਦਿੰਦਾ ਤੇ ਸੂਰਜ ਦੀ ਕਮੀ ਨਹੀਂ। ਸਿਆਣੇ ਆਖਣਗੇ ਤੂੰ ਟਾਕੀਆਂ ਬੰਦ ਕੀਤੀਆਂ, ਕਹਿੰਦੇ ਹਾਂ। ਪਰਦੇ ਲਾਏ ਨੇ, ਕਹਿੰਦੇ ਹਾਂ। ਰੋਸ਼ਨਦਾਨ ਬੰਦ ਕੀਤੇ, ਕਹਿੰਦਾ ਹਾਂ। ਤੇ ਸੂਰਜ ਦੀ ਕਮੀ ਥੋੜੀ, ਰੋਸ਼ਨਦਾਨ ਖੋਲ ਲੈ ਭਾਈ ਆਪਣੇ, ਟਾਕੀਆਂ ਆਪਣੀਆਂ ਖੋਲ ਲੈ, ਪਰਦੇ ਹਟਾ ਲੈ। ਰੋਸ਼ਨੀ ਤਾਂ ਉਹ ਤੇਰੇ ਘਰ 'ਚ ਜ਼ਰੂਰ ਦੇਵੇਗਾ। ਰੱਬ ਦੀ ਕਿਰਪਾ ਹੋ ਰਹੀ ਹੈ। ਸੂਰਜ ਆਪਣੀ ਕਿਰਪਾ ਕਰ ਰਿਹਾ, ਪਰ ਤੂੰ ਸਭ ਕੁਝ ਹੀ ਬੰਦ ਕੀਤਾ ਹੈ। ਰੱਬ ਵੀ ਕਿਰਪਾ ਕਰ ਰਿਹਾ। ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਪਹਾਓ ਤੇਹਾ ਫਲ ਪਾਈਐ। ਇੱਥੇ ਕਿਰਪਾ ਰੁਕੀ ਹੋਈ ਹੈ। ਅੱਜ ਕੱਲ੍ਹ ਪਿੱਛੇ ਦੇਖਿਆ ਨਾ ਬਾਬਿਆਂ ਦਾ ਬੜਾ ਰੌਲਾ। ਇੱਕ ਬਾਬਾ ਕਹਿੰਦਾ ਵੀ ਕਿਰਪਾ ਰੁਕੀ ਹੋਈ ਹੈ, ਫਲਾਣਾ ਕੰਮ ਨਹੀਂ ਕਰਾ। ਕਿਰਪਾ ਇੱਥੇ ਰੁਕੀ ਹੋਈ ਹੈ। ਉਹ ਪਰਮਾਤਮਾ ਦੀ ਕਿਰਪਾ ਰੁਕੀ ਹੋਈ ਤੇਰੇ ਉੱਤੇ। ਕਿਹੜੀ ਗੱਲੋਂ? ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤੇਹਾ ਫਲ ਪਾਈਐ। ਤੇਰਾ ਪ੍ਰੇਮ ਘੱਟ ਹੈ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਪ੍ਰੇਮ ਵਧਾ ਲੈ, ਉਹਦੀ ਕਿਰਪਾ ਰੁਕੀ ਹੋਈ ਹੈ ਪ੍ਰੇਮ ਵਿੱਚ। ਤੇਰਾ ਪ੍ਰੇਮ ਵੱਧ ਗਿਆ ਤੇ ਉਹਦੀ ਕਿਰਪਾ ਵੀ ਵੱਧ ਜਾਵੇਗੀ। ਲੋਕ ਜੇ ਮੈਨੂੰ ਪੁੱਛਣ ਵੀ ਕਿਰਪਾ ਰੁਕੀ ਹੈ ਤੇ ਕਿਵੇਂ ਆਏਗੀ, ਮੈਂ ਤਾਂ ਇੱਕੋ ਹੀ ਗੱਲ ਕਹਿੰਦਾ, ਸਾਚ ਕਹੂੰ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਪ੍ਰੇਮ ਕਰਨਾ ਸ਼ੁਰੂ ਕਰ ਦਿਓ ਪਰਮਾਤਮਾ ਨੂੰ, ਵਾਹਿਗੁਰੂ ਨੂੰ ਪ੍ਰੇਮ ਕਰਨਾ ਸ਼ੁਰੂ ਕਰ ਦਿਓ। ਪ੍ਰੇਮ ਜਿੱਦਾਂ ਵੱਧਦਾ ਜਾਏਗਾ, ਤੁਹਾਡਾ ਪਦ ਵੱਧਦਾ ਜਾਏਗਾ, ਪਰਮਾਤਮਾ ਦੀ ਸਾਰੀ ਕਿਰਪਾ ਤੁਹਾਡੇ ਭਾਂਡੇ ਵਿੱਚ ਪੈ ਜਾਏਗੀ। ਬਸ ਪ੍ਰੇਮ ਵਧਾ ਲਓ, ਪ੍ਰੇਮ ਰੂਪੀ ਭਾਂਡਾ ਵੱਡਾ ਕਰ ਲਓ। ਪਰਮਾਤਮਾ ਦੀ ਕਿਰਪਾ ਦੇ ਵਿੱਚ ਕੋਈ ਕਮੀ ਨਹੀਂ ਹੈ। ਉਹ ਦਿਆਲੂ ਹੈ, ਸਾਰਿਆਂ 'ਤੇ ਕਿਰਪਾ ਕਰ ਰਿਹਾ ਹੈ। ਜਿਤਨਾ ਤੂੰ ਪ੍ਰੇਮ ਕਰੇਗਾ ਉਤਨਾ ਤੈਨੂੰ ਫਲ ਪ੍ਰਾਪਤ ਹੁੰਦਾ ਜਾਏਗਾ। ਮੈਂ ਇੱਕ ਬਾਗ ਹੈ, ਬਗੀਚੀ, ਉਹਦੇ ਵਿੱਚ ਇੱਕੋ ਹੀ ਬੂਟਾ ਲਾਇਆ ਤੇ ਉਸਦੇ ਵਿੱਚ ਇੱਕ ਬੂਟੇ ਦੇ ਵਿੱਚ ਹੀ ਫਲ ਲੱਗਣੇ ਨੇ, ਪਰ ਬਾਗ ਦੇ ਵਿੱਚ ਮੈਂ ਬਹੁਤ ਸਾਰੇ ਫਲ ਲਾ ਦਿੱਤੇ ਨੇ, ਰੁੱਖ ਲਾ ਦਿੱਤੇ ਨੇ, ਉਦਮ ਕੀਤਾ ਤੇ ਬਹੁਤ ਸਾਰੇ ਰੁੱਖਾਂ ਤੋਂ ਫਲ ਮੈਨੂੰ ਪ੍ਰਾਪਤ ਹੋ ਰਿਹਾ। ਸ਼ੁਭ ਗੁਣਾਂ ਦੇ ਫਲ ਲਾ ਲਈਏ ਭਾਈ, ਫਿਰ ਉਹਦੇ ਜਿਹੜੇ ਫਲ ਨੇ ਰੱਬੀ ਗੁਣਾਂ ਦੇ ਉਹ ਸਾਨੂੰ ਪ੍ਰਾਪਤ ਹੁੰਦੇ ਰਹਿਣਗੇ। ਫਿਰ ਕਹਿ ਸਕਾਂਗੇ ਕਿ ਇਹ ਲੋਕ ਸੁਖੀਏ
ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਨਿਵਾਰ ਠਾਕੁਰ ਰਾਖੈ